ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਤੁਹਾਨੂੰ ਪਤਾ ਹੈ ਕਿ ਕਰੋਨਾ ਵਾਇਰਸ ਦੇ ਕੇਸ ਨੇ ਉਹ ਦਿਨੋਂ ਦਿਨ ਵੱਧ ਰਹੇ ਨੇ। ਅਸੀਂ ਜੇ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ, ਪਿਛਲੇ ਦਿਨਾਂ ਦੇ ਵਿੱਚ ਅਸੀਂ ਬਹੁਤ ਖੁਸ਼ ਸੀ ਕਿ ਸਾਡੇ ਜਿਹੜੇ ਪ੍ਰੋਵਿੰਸ ਹੈ ਉਹਦੇ ਵਿੱਚ ਕਰੋਨਾ ਵਾਇਰਸ ਦੇ ਕੇਸ ਬਹੁਤ ਘਟ ਗਏ ਹੈਗੇ ਨੇ। ਪਰ ਹੁਣ ਹਾਲ ਹੀ ਦਿਨਾਂ ਵਿੱਚ 40 ਤੋਂ 50 ਤੇ ਹੁਣ 50 ਤੋਂ ਕਿਤੇ ਜ਼ਿਆਦਾ ਕੇਸ ਜਿਹੜੇ ਨੇ ਉਹ ਸਾਹਮਣੇ ਆ ਗਏ ਹੈਗੇ ਨੇ। 80 ਪਲੱਸ ਕੇਸ ਹੋਣ ਲੱਗ ਗਏ ਹੈਗੇ ਨੇ, ਜੋ ਕਿ ਚਿੰਤਾ ਦਾ ਵਿਸ਼ਾ। ਤੇ ਨਾਲ ਸਕੂਲ ਖੋਲਣ ਦੀ ਅਨਾਉਂਸਮੈਂਟ ਕੀਤੀ ਜਾ ਰਹੀ ਹੈਗੀ ਹੈ, ਇਕਨੋਮੀ ਦੁਬਾਰਾ ਰੀਓਪਨ ਹੋ ਰਹੀ ਹੈਗੀ ਹੈ, ਸਾਰੇ ਬਿਜ਼ਨਸ ਓਪਨ ਹੋ ਰਹੇ ਹੈਗੇ ਨੇ। ਕੀ ਹੋਵੇਗਾ ਭਵਿੱਖ, ਕਿਸ ਤਰ੍ਹਾਂ ਨੂੰ ਅਸੀਂ ਦੇਖੀਏ ਕਰੋਨਾ ਵਾਇਰਸ ਦੇ ਕੇਸਿਸ ਨੂੰ? ਕੀ ਅਸੀਂ ਇਹ ਦੇਖੀਏ ਕਿ ਹੁਣ ਕਰੋਨਾ ਵਾਇਰਸ ਦੀ ਜਿਹੜੀ ਦੂਜੀ ਵੇਵ ਦੀ ਗੱਲ ਕੀਤੀ ਜਾ ਰਹੀ ਸੀ, ਕੀ ਇਹ ਦੂਜੀ ਵੇਵ ਆ ਰਹੀ ਹੈ? ਕਿਉਂਕਿ ਵਿੰਟਰ ਵੀ ਨੇੜੇ ਆ ਰਿਹਾ ਹੈਗਾ ਆ, ਹੁਣ ਅਸੀਂ ਵਿੰਟਰ ਦੇ ਵਿੱਚ ਚਲੇ ਜਾਵਾਂਗੇ ਅਗਲੇ ਮਹੀਨਿਆਂ ਦੇ ਵਿੱਚ। ਸੋ ਕਿਸ ਤਰ੍ਹਾਂ ਹੋਵੇਗਾ, ਕਿਸ ਤਰ੍ਹਾਂ ਕਰੋਨਾ ਤੇ ਜੋ ਹੈ ਉਹ ਵਿਰਾਮ ਚਿੰਨ੍ਹ ਲਗਾਇਆ ਜਾਵੇਗਾ? ਕਿਉਂਕਿ ਇੱਕ ਪਾਸੇ ਵੈਕਸੀਨ ਦੀਆਂ ਗੱਲਾਂ ਵੀ ਹੋ ਰਹੀਆਂ ਨੇ ਕਿ ਵੈਕਸੀਨ ਜਿਹੜੀ ਹੈ ਰਸ਼ੀਆ ਨੇ ਲੱਭ ਲਈ ਹੈ। ਸੋ ਕੀ ਕੁਝ ਹੋ ਰਿਹਾ ਇਸ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਪਹੁੰਚੇ ਹੋਏ ਨੇ ਡਾਕਟਰ ਪ੍ਰਗਟ ਸਿੰਘ ਪੁਰ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਪੁਰ ਜੀ, ਸਵਾਗਤ ਹੈ ਤੁਹਾਡਾ। बहुत बहुत धन्यवाद अर्श जी, और सारे देखने वाले ਨੂੰ प्यार भरी सत श्री अकाल, नमस्ते, सलाम वालेकुम, वाहिगुरु जी का खालसा, वाहिगुरु जी की फतेह। ਡਾਕਟਰ ਪੁਰ ਜੀ, ਜਿੱਦਾਂ ਮੈਂ ਗੱਲ ਕੀਤੀ ਹੈਗੀ ਕਿ ਵਾਇਰਸ ਨੂੰ ਲੈ ਕੇ ਕੇਸ ਜਿਹੜੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੱਧ ਗਏ ਹੈਗੇ ਨੇ। ਬਹੁਤ ਚਿੰਤਾ ਹੁੰਦੀ ਹੈ ਜਦੋਂ ਕਿ ਅਸੀਂ ਬਾਹਰ ਜਾਂਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਮਾਸਕ ਲੋਕ ਲਗਾ ਰਹੇ ਨੇ, ਰੂਲਸ ਫੋਲੋ ਕਰ ਰਹੇ ਨੇ, ਪਰ ਕੇਸ ਹਜੇ ਵੀ ਬਾਹਰ ਆ ਰਹੇ ਨੇ। ਕੀ ਕਾਰਨ ਹੋ ਸਕਦਾ ਹੈ? ਦੇਖੋ, ਉਹ ਜ਼ਮਾਨਾ ਖਤਮ ਹੋ ਗਿਆ BC 'ਚ, ਜਦੋਂ ਸਾਡੇ ਕੋਲ 10 ਤੋਂ ਥੱਲੇ ਕੇਸਿਸ ਆਇਆ ਕਰਦੇ ਸੀ, ਔਰ ਵਰਲਡ ਪੂਰੀ BC ਦੀ ਜਿਹੜੀ ਹੈਗੀ ਸਿਫਤ ਕਰਦਾ ਸੀ ਵੀ ਇਹਨਾਂ ਦਾ ਜਿਹੜਾ ਮਾਡਲ ਆਫ ਕੇਅਰ ਆ ਬਹੁਤ ਵਧੀਆ। ਹੁਣ ਜਦੋਂ ਸਮਰ ਸ਼ੁਰੂ ਹੋਈ, ਛੁੱਟੀਆਂ ਸ਼ੁਰੂ ਹੋਈਆਂ, ਉਦੋਂ ਅਸੀਂ ਲਾਕਡਾਊਨ ਹੋਰ ਖੋਲ ਦਿੱਤਾ, ਬਿਜ਼ਨਸ ਅਦਾਰੇ ਵੀ ਖੁੱਲੇ, ਕਈ ਕੁਛ ਹੋਇਆ। ਤੇ ਉਹਦੇ ਜਿਹੜਾ ਨਾ ਯੂਥ ਔਰ ਯੰਗ ਐਡਲਟ ਆ, ਉਹ ਫਿਜ਼ੀਕਲ ਡਿਸਟੈਂਸ, ਮਾਸਕ ਤੇ ਹੋਰ ਚੀਜ਼ਾਂ ਦੀ ਪਰਵਾਹ ਨਹੀਂ ਕਰ ਰਹੇ। ਸੋ ਉਸ ਤੋਂ ਜ਼ਿਆਦਾ ਫੈਲਾਅ ਹੁੰਦਾ ਜਾ ਰਿਹਾ, ਪਾਰਟੀਆਂ ਹੋ ਰਹੀਆਂ, ਡਾਂਸ ਹੋ ਰਹੇ ਆ। 50 ਤੋਂ ਜਿਹੜੇ ਥੱਲੇ ਦੀ ਜਿਹੜੀ ਗਾਈਡਲਾਈਨ ਸੀ ਉਹ ਵੀ ਨਹੀਂ ਫੋਲੋ ਕੀਤੀ ਜਾ ਰਹੀ। ਬੀਚਿਸ 'ਚ ਜਦੋਂ ਧੁੱਪ ਹੁੰਦੀ ਆ, ਉੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ। ਕਾਫੀ ਤੁਸੀਂ ਨਿਊਜ਼ ਸ਼ੇਅਰ ਵੀ ਕੀਤੇ ਹੋਣੇ ਆ, ਵੈਂਕੂਵਰ ਦੀ ਬੀਚਿਸ। ਕਲੋਨਾ ਵੀ ਲੋਕੀ ਚਲੇ ਜਾਂਦੇ, ਚਲੋ ਵੈਂਕੂਵਰ ਤੋਂ ਨਿਕਲੋ, ਉੱਥੇ ਵਾਇਰਸ ਵੈਂਕੂਵਰ ਤੋਂ ਹੀ ਗਿਆ, ਕਲੋਨਾ ਵੀ। ਹੁਣ ਜਿਹੜੇ ਇਸ ਵੇਲੇ ਲਾਸਟ ਵੀਕ ਇਹ ਆਇਆ ਸੀ ਵੀ BC ਦਾ ਜਿਹੜਾ ਮਾਡਲ ਹੈਗਾ ਉਹ ਕੋਈ ਇੰਨਾ ਵਧੀਆ ਨਹੀਂ ਰਿਹਾ, ਹਨਾ। ਔਰ ਥੋੜੀ ਜਿਹੀ ਸਿਚੁਏਸ਼ਨ ਹੱਥ ਤੋਂ ਸਲਿਪ ਹੁੰਦੀ ਜਾ ਰਹੀ ਆ। ਲੇਕਿਨ ਇਹਦੇ ਦੋ ਚੀਜ਼ਾਂ ਵੀ, ਨੰਬਰ ਜ਼ਰੂਰ ਵਧੇ ਆ, ਮੈਂ ਮੰਨਦਾ, ਲੇਕਿਨ ਅਗਰ ਤੁਸੀਂ ਹਸਪੀਟਲ ਐਡਮਿਸ਼ਨ ਦੇਖੋ ਤਾਂ ਉਹ 8 ਹੈਗੇ ਰੈਗੂਲਰ ਵਾਰਡ 'ਚ ਤੇ 5 ICU 'ਚ ਆ। ਸੋ ਇੰਨੀ ਵੱਡੀ ਮਾਤਰਾ 'ਚ ਹਸਪੀਟਲ 'ਚ ਲੋਕੀ ਨਹੀਂ ਜਾ ਰਹੇ। ਵੀ ਜਿਹੜੇ ਹੈਗੇ ਵੀ ਆ ਉਹ ਘਰੇ ਇਲਾਜ ਹੋ ਰਿਹਾ ਉਹਨਾਂ ਦਾ, ਉਹਨਾਂ ਦੀ ਕੰਟੈਕਟ ਟ੍ਰੇਸਿੰਗ ਕੀਤੀ ਜਾ ਰਹੀ ਆ, ਉਹਨਾਂ ਨੂੰ ਆਈਸੋਲੇਟ ਕੀਤਾ ਜਾ ਰਿਹਾ। ਔਰ ਅੱਜ ਡਾਕਟਰ ਬੋਨੀ ਹੈਨਰੀ ਜੀ ਨੇ ਐਲਾਨ ਵੀ ਕੀਤਾ ਵੀ ਉਹ 500 ਨਵੇਂ ਹੈਲਥ ਕੇਅਰ ਵਰਕਰ ਹੋਰ ਹਾਇਰ ਕਰ ਰਹੇ ਆ, ਕਿਉਂਕਿ ਉਹ ਡਰ ਗਏ ਆ ਵੀ ਹੋ ਸਕਦਾ ਵੀ ਇਹ ਟ੍ਰੈਂਡ ਹੱਥੋਂ ਜਿਹੜਾ ਕਾਬੂ 'ਚ ਚੀਜ਼ ਸੀ ਵੀ ਉਹ ਨਿਕਲ ਨਾ ਜਾਏ, ਵੀ ਕੰਟੈਕਟ ਟ੍ਰੇਸਿੰਗ ਕੀਤੀ ਜਾਏ, ਲੋਕਾਂ ਨੂੰ ਜਿਹੜੇ ਰੂਲਸ ਰੈਗੂਲੇਸ਼ਨਸ ਹੈਗੇ ਉਹ ਫੋਲੋ ਕਰਨ ਦੀ ਹਿਦਾਇਤ ਫੇਰ ਦਿੱਤੀ ਜਾਏ। ਲੇਕਿਨ ਦੇਖੋ, ਮੈਂ ਪਹਿਲੋਂ ਵੀ ਜ਼ਿਕਰ ਕੀਤਾ ਕਈ ਪ੍ਰੋਗਰਾਮਾਂ 'ਚ, ਇਹ ਵਾਇਰਸ ਕਿੱਥੇ ਨਹੀਂ ਜੋ ਗਿਆ, ਵਾਇਰਸ ਹੈਗਾ ਜੋ ਕਮਿਊਨਿਟੀ 'ਚ। ਅਸੀਂ ਇਹ ਨਾ ਸੋਚੀਏ ਵੀ ਇਹ ਵਾਇਰਸ ਚਲਾ ਗਿਆ। ਠੀਕ ਹੈ, ਸਾਡਾ ਕੰਟਰੋਲ ਵਧੀਆ ਰਿਹਾ ਸੀ, ਲੇਕਿਨ ਇਹ ਫਿਰ ਕੁਇਕਲੀ ਸਪਰੈਡ ਹੋ ਸਕਦਾ। ਹੁਣ ਜਿਹੜੇ ਵਰਲਡ ਦੇ ਵਿੱਚ ਹੁਣ 20.7 ਮਿਲੀਅਨ ਕੇਸਿਸ ਹੋ ਗਏ ਆ, ਅਮਰੀਕਾ 'ਚ 5.6 ਦੇ ਲੱਗ ਗਏ ਆ, ਬ੍ਰਾਜ਼ੀਲ 3 ਮਿਲੀਅਨ, ਹਿੰਦੁਸਤਾਨ 2 ਮਿਲੀਅਨ ਤੋਂ ਉੱਤੇ ਟੱਪ ਗਿਆ। ਅਸੀਂ ਚਲੋ 1,20,000 ਦੇ ਲਾਗੇ ਚਾਗੇ ਹੈਗੇ ਆ, ਕਰੀਬਨ 9,000 ਸਾਡੀ ਡੈਥ ਹੈਗੀ ਆ। ਲੇਕਿਨ ਜਿਹੜੀ ਸੈਕਿੰਡ ਵੇਵ ਹੈਗੀ ਆ, ਡਾਕਟਰ ਬੋਨੀ ਹੈਨਰੀ ਵੀ, ਡਾਕਟਰ ਐਂਥਨੀ ਫੌਜੀ ਵੀ, ਜਿਹੜੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਡਾਕਟਰ ਰਾਜਿੰਦਰ ਗੁਲੇਰੀਆ ਜੀ ਤੇ ਹੋਰ ਜਿਹੜੇ ਵੱਡੇ ਵੱਡੇ ਉੱਗੇ ਸਾਇੰਟਿਸਟ, ਉਹ ਕਹਿੰਦੇ ਵੀ ਜ਼ਰੂਰ ਆਊਗੀ, ਕਿਉਂਕਿ ਇਹ ਬਿਲਕੁਲ ਸਪੈਨਿਸ਼ ਫਲੂ ਦਾ ਹੀ ਪੈਟਰਨ ਫੋਲੋ ਕਰ ਰਿਹਾ। ਲੋਕੀ ਜਦੋਂ ਥੋੜੀ ਜਿਹੀ ਛੁੱਟ ਮਿਲਦੀ ਹੈ ਨਾ, ਉਹਦਾ ਫਿਰ ਦੁਰਉਪਯੋਗ ਬਹੁਤ ਜ਼ਿਆਦਾ ਕਰਦੇ ਆ। ਔਰ ਖਾਸ ਕਰਕੇ ਯੂਥ ਜਿਹੜਾ ਉਹ ਕਹਿੰਦਾ ਵੀ ਸਾਨੂੰ ਪਤਾ, ਸਾਨੂੰ ਹੋ ਵੀ ਗਿਆ ਤੇ ਮਾੜਾ ਮੋਟਾ ਹੀ ਹੋਣਾ। ਸੋ ਉਹ ਮਤਲਬ ਪਰਵਾਹ ਨਹੀਂ ਕਰਦੇ। ਲੇਕਿਨ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਕਿੰਨੇ ਹਸਪੀਟਲ ਐਡਮਿਟ ਹੋ ਜਾਣਾ, ਕਿੰਨੇ ਵੈਂਟੀਲੇਟਰ ਤੇ ਚਲੇ ਜਾਣਾ। ਇਸ ਲਈ ਅਜੇ ਵੀ ਆਪਾਂ ਅਗਰ ਇਸ ਤੋਂ ਪਰਹੇਜ਼ ਕਰੀਏ, ਕਿਉਂਕਿ ਨਾ ਇਹਦੇ ਲਈ ਅਗੇਂਸਟ ਕੋਈ ਦਾਅਵੇਦਾਰ ਦਵਾਈ ਹੈਗੀ ਆ ਤੇ ਨਾ ਹੀ ਸੋ ਫਾਰ ਕੋਈ ਵੈਕਸੀਨ ਅਵੇਲੇਬਲ ਹੈਗੀ ਹੈ। ਜੀ ਬਿਲਕੁਲ, ਜਿਵੇਂ ਤੁਸੀਂ ਦੱਸਿਆ ਕਿ ਦੂਜੀ ਵੇਵ ਜਿਹੜੀ ਹੈਗੀ ਉਹ ਆ ਸਕਦੀ ਹੈ। ਪਹਿਲਾਂ ਅਸੀਂ ਦੂਜੀ ਵੇਵ ਦੀ ਗੱਲ ਕਰੀਏ ਕਿ ਕਿੰਨੀ ਕੁ ਵੱਡੀ ਹੋ ਸਕਦੀ ਹੈ। ਇਹ ਤਾਂ ਜਦੋਂ ਹੁਣ ਪਤਾ ਲੱਗੂਗਾ, ਜਦੋਂ ਕੇਸ ਜ਼ਿਆਦਾ ਆਉਣਗੇ। ਤੁਹਾਨੂੰ ਕੀ ਲੱਗਦਾ ਇਸ ਕੇਸ ਦੇ ਵਿੱਚ ਜਿਹੜੀ ਸੈਕਿੰਡ ਵੇਵ ਹੈ ਉਹ ਪਹਿਲੀ ਵੇਵ ਤੋਂ ਜ਼ਿਆਦਾ ਵੱਡੀ ਹੋ ਸਕਦੀ ਹੈ, ਕਿ ਸਾਨੂੰ ਹੋਰ ਜ਼ਿਆਦਾ ਕੇਸ ਜਿਹੜੇ ਉਹ ਦੇਖਣ ਨੂੰ ਮਿਲ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ?
ਦੇਖੋ ਇਸ ਵੇਲੇ ਤਾਂ ਅਸੀਂ ਖਾਲੀ ਪ੍ਰੋਜੈਕਸ਼ਨ ਹੀ ਕਰ ਸਕਦੇ ਹਾਂ। ਜਿਹੜੇ ਪ੍ਰੋਜੈਕਸ਼ਨ ਦੇ ਹਿਸਾਬ ਦੇ ਨਾਲ ਤਾਂ ਜਿਹੜੇ ਕੈਨੇਡਾ ਦੇ ਜਿਹੜੇ ਸਾਰੇ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਔਰ ਸਾਇੰਟਿਸਟ ਆ, ਉਹ ਸੋਚਦੇ ਆ ਵੀ ਕੈਨੇਡਾ ਕਿਉਂਕਿ ਯੂਨੀਵਰਸਲ ਹੈਲਥ ਕੇਅਰ ਹੈਗਾ, ਲੋਕੀ ਇੱਥੇ ਬਹੁਤਾ ਕਰਕੇ ਤਾਂ ਸਾਰੀਆਂ ਚੀਜ਼ਾਂ ਨੂੰ ਮਾਨਤਾ ਦਿੰਦੇ ਆ, ਲਿਸਨ ਵੀ ਕਰਦੇ ਆ, ਜਿਹੜੀ ਗਾਈਡਲਾਈਨਸ ਆ ਸਾਡੀ ਸੈਕੰਡ ਵੇਵ ਇੰਨੀ ਬੈਡ ਨਾ ਹੋਵੇ। ਲੇਕਿਨ ਅਗਰ ਆਪਾਂ ਰੈਫਰੈਂਸ ਪੁਆਇੰਟ ਲਈਏ ਸਪੈਨਿਸ਼ ਫਲੂ ਦਾ ਜਿਹੜਾ 100 ਸਾਲ ਪਹਿਲਾਂ ਆਇਆ, ਉਹਦੇ ਜਦੋਂ ਪਹਿਲੀ ਵੇਵ ਖਤਮ ਹੋਈ ਲੋਕਾਂ ਨੇ ਬੜਾ ਚਾਅ ਕੀਤਾ, ਉਹਨਾਂ ਨੇ ਪਾਰਟੀਆਂ ਕੀਤੀਆਂ, ਉਹਨਾਂ ਨੇ ਫੋਲੋ ਨਹੀਂ ਕੀਤੇ ਗਾਈਡਲਾਈਨਸ, ਤੇ ਸੈਕੰਡ ਵੇਵ ਉਦੋਂ ਬਹੁਤ ਘਾਤਕ ਸੀ ਜਿਹੜੀ 100 ਸਾਲ ਪਹਿਲਾਂ ਸਪੈਨਿਸ਼ ਫਲੂ ਚ ਆਈ ਸੀ, ਉਹ ਸੀ ਇਨਫਲੂਐਂਜ਼ਾ H1N1। ਸੋ ਇਹ ਤਾਂ ਸਾਨੂੰ ਦੇਖਣਾ ਪੈਣਾ। ਲੇਕਿਨ ਦੇਖੋ ਸਾਡੇ ਹੱਥ 'ਚ ਹੈਗਾ ਵੀ ਆਪਾਂ ਸੈਕੰਡ ਵੇਵ ਕਿੰਨੀ ਉੱਪਰ ਰੱਖਣੀ ਜਾਂ ਥੱਲੇ। ਅਗਰ ਅਸੀਂ ਸਾਰੇ ਉਹੀ ਗਾਈਡਲਾਈਨਸ ਜਿਹੜੇ ਕਰਦੇ ਰਹੀਏ ਪਹਿਲਾਂ, ਦੇਖੋ ਸਾਡੇ ਕੇਸਿਸ 10 ਤੋਂ ਥੱਲੇ ਰਹਿੰਦੇ ਸੀ, ਹੁਣ ਅਸੀਂ ਉਹ ਨਹੀਂ ਕਰ ਰਹੇ, ਕੁਝ ਸੋਸਾਇਟੀ ਦਾ ਵਰਕ ਜਿਹੜਾ ਨਹੀਂ ਕਰ ਰਿਹਾ, ਤਾਂ ਇਹ ਜਿਹੜੀ ਹੈਗੀ ਪ੍ਰੋਬਲਮ ਪਈ ਆ। ਸੋ ਸਾਨੂੰ ਸਾਰਿਆਂ ਨੂੰ ਬੈਕ ਟੂ ਸਕੁਅਰ ਹੋਣਾ ਚਾਹੀਦਾ। ਠੀਕ ਹੈ, ਸਾਨੂੰ ਕੰਮਾਂ 'ਚ ਵੀ ਜਾਣਾ, ਮੇਰਾ ਵੀ ਆਫਿਸ ਖੁੱਲਿਆ, 50% ਮੈਂ ਫਿਜ਼ੀਕਲੀ ਦੇਖਦਾ ਬੱਚੇ, 50% ਵਰਚੁਅਲੀ ਦੇਖਣੇ ਪੈਂਦੇ ਆ। ਸੋ ਇਹ ਸਾਰਾ ਗ੍ਰੈਜੂਅਲ ਕਰੀਏ, ਕਿਉਂਕਿ ਵਾਇਰਸ ਨੇ ਕੁਝ ਸਾਲਾਂ ਤੱਕ 2-3 ਸਾਲ ਤੱਕ ਕਿਤੇ ਨਹੀਂ ਜੋ ਜਾਣਾ, ਇਹਨੇ ਰਹਿਣਾ ਜੋ ਇੱਥੇ, ਔਰ ਪੂਰੇ ਸੰਸਾਰ ਭਰ 'ਚ ਘੁੰਮ ਚੁੱਕਿਆ, ਔਰ ਸਾਰੇ ਪਾਸੇ ਇਹਨੇ ਤਰਥੱਲੀ ਮਚਾਈ ਹੋਈ ਆ। ਸੋ ਅਸੀਂ ਸਿਰਫ ਇਸ ਤੋਂ ਬਚ ਹੀ ਸਕਦੇ ਆ। ਵੈਕਸੀਨ ਦੀ ਅਸੀਂ ਗੱਲ ਕਰ ਰਹੇ ਸੀ ਕਿ ਵੈਕਸੀਨ ਹਜੇ ਨਹੀਂ ਬਣੀ ਹੈਗੀ, ਹਰ ਕੋਈ ਕਹਿ ਰਿਹਾ ਹੈਗਾ ਕਿ ਅਗਲੇ ਸਾਲ ਤੱਕ ਜਿਹੜੀ ਹੈ ਉਹ ਚੰਗੀ ਵੈਕਸੀਨ ਜਿਹੜੀ ਕਾਰਗਰ ਸਾਬਿਤ ਹੋਵੇ ਜਾਂ ਜਿਹੜੀ ਇਸ ਫਲੂ ਨੂੰ ਜੜ ਤੋਂ ਮਿਟਾ ਸਕੇ, ਉਹ ਹਜੇ ਤੱਕ ਸਾਨੂੰ ਨਹੀਂ ਮਿਲੂਗੀ। ਪਰ ਹਾਲ ਦੀ ਵਿੱਚ ਹੁਣ ਰਸ਼ੀਆ ਨੇ ਜਿਹੜਾ ਐਲਾਨ ਕੀਤਾ, ਉਹਨਾਂ ਦੇ ਵਲਾਦੀਮੀਰ ਪੁਤਿਨ ਹੈਗੇ ਨੇ ਜਿਹੜੇ, ਉਹਨਾਂ ਨੇ ਕਿਹਾ ਕਿ ਅਸੀਂ ਕਰੋਨਾ ਵਾਇਰਸ ਲੱਭ ਲਿਆ। ਉਹਨਾਂ ਨੇ ਆਪਣੇ ਸਰਕਾਰੀ ਟੀਵੀ ਦੇ ਉੱਤੇ ਜਾ ਕੇ ਕਿਹਾ ਹੈਗਾ ਕਿ ਅਸੀਂ ਕਰੋਨਾ ਵਾਇਰਸ ਦੀ ਵੈਕਸੀਨ ਲੱਭ ਲਈ ਹੈ। ਉਹਨਾਂ ਦੀ ਡਾਟਰ ਨੂੰ ਵੀ ਉਹ ਇੰਜੈਕਸ਼ਨ ਲਗਾਇਆ ਗਿਆ ਹੈਗਾ। ਹੁਣ ਕੀ ਉਹ ਜਿਹੜੀ ਵੈਕਸੀਨ ਆਈ ਹੈਗੀ ਆ ਉਹ ਸਾਰੇ ਦੇਸ਼ਾਂ ਦੇ ਵਿੱਚ ਜਾਏਗੀ? ਤੁਹਾਨੂੰ ਕੀ ਲੱਗਦਾ ਕਿ ਉਹ ਵੈਕਸੀਨ ਸਹੀ ਵੈਕਸੀਨ ਹੋਵੇਗੀ? ਦੇਖੋ ਇੱਥੇ 2-3 ਗੱਲਾਂ, ਹਰ ਇੱਕ ਕੰਟਰੀ ਆ ਉਹਦਾ ਆਪਣਾ ਜੂਰਿਸਡਿਕਸ਼ਨ ਹੈਗਾ, ਹੈਲਥ ਡਿਪਾਰਟਮੈਂਟ ਹੈਗਾ। ਔਰ ਹੁਣ ਮਹਾਮਾਰੀ ਨੂੰ 7 ਮਹੀਨੇ ਤੇ ਹੋ ਗਏ ਆ। ਜਦੋਂ ਸ਼ੁਰੂਆਤ ਹੋਈ ਸੀ ਬਹੁਤ ਛੋਟੇ ਸਮੇਂ 'ਚ ਇਹਦਾ ਜਿਹੜਾ ਜੈਨੇਟਿਕ ਕੋਡ ਲੱਭ ਕੇ ਤੇ ਵੈਕਸੀਨ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਹਰ ਇੱਕ ਕੰਟਰੀ ਨੇ ਸ਼ੁਰੂਆਤ ਕੀਤੀ ਸੀ। ਔਰ ਜਿਹੜੇ ਬਾਇਓਟੈਕ ਕੰਪਨੀਆਂ ਉਹ ਹਰ ਸ਼ਹਿਰ 'ਚ ਹੈਗੀਆਂ, ਹਰ ਕੰਟਰੀ 'ਚ। ਸਾਡੇ ਬਹੁਤ ਛੋਟੀ ਲੈਬ ਚਾਹੀਦੀ, ਕੋਈ ਵੱਡੀ ਇਹਦੇ ਵਿੱਚ ਟੈਕਨੋਲੋਜੀ ਦੀ ਵੀ ਲੋੜ ਨਹੀਂ ਆ। ਹੁਣ ਜਿਹੜਾ ਟ੍ਰੈਡੀਸ਼ਨਲੀ ਜਿਹੜਾ WHO ਮੋਨੀਟਰ ਕਰਦਾ ਟ੍ਰਾਇਲਸ, ਉਹ ਦੱਸ ਰਿਹਾ ਵੀ 23 ਟ੍ਰਾਇਲਸ ਹੈ ਜਿਹੜੀਆਂ ਵਧੀਆ ਚੱਲ ਰਹੀਆਂ, ਜਿਹੜੀਆਂ ਪ੍ਰੋਪਰ ਤਰੀਕੇ ਦੇ ਨਾਲ ਹੋਣੀਆਂ ਚਾਹੀਦੀਆਂ। 140 ਹੋਰ ਵੀ ਟ੍ਰਾਇਲਸ ਚੱਲ ਰਹੀਆਂ ਜਿਹੜੀਆਂ ਇੰਨੀਆਂ ਵਧੀਆ ਨਹੀਂ ਆ, ਤੇ 240 ਤੋਂ ਜ਼ਿਆਦਾ ਮੈਨੂਫੈਕਚਰਰ ਵੀ ਅਵੇਲੇਬਲ ਹੈਗਾ ਵੀ ਅਸੀਂ ਵੈਕਸੀਨ ਬਣਾ ਸਕਦੇ ਹਾਂ। ਹੁਣ ਮੋਡਰਨਾ ਔਰ ਆਕਸਫੋਰਡ ਦੀ ਆ, ਉਹਦੀ ਫੇਜ਼ 3 ਟ੍ਰਾਇਲ ਕੁਝ ਹਫ਼ਤੇ ਪਹਿਲਾਂ ਸ਼ੁਰੂ ਹੋਈ ਸੀ, ਜਿਹਨੂੰ ਅਜੇ ਕੁਝ ਮਹੀਨੇ ਲੱਗਣਗੇ, ਉਹਦਾ ਡੇਟਾ ਆਊਗਾ, ਉਹਦੇ ਬਾਅਦ ਵੈਕਸੀਨ ਜਿਹੜੀ ਹੈਗੀ ਸਾਹਮਣੇ ਆਊਗੀ। ਹੋ ਸਕਦਾ ਨਿਊ ਈਅਰ 'ਚ ਹੀ ਆਵੇ, ਹੋ ਸਕਦਾ ਦਿਸ ਈਅਰ ਆਵੇ। ਉਹਦੇ ਲਈ ਹੈਲਥ ਕੈਨੇਡਾ ਨੇ ਆਲਰੇਡੀ ਮੋਡਰਨਾ ਦੇ ਨਾਲ ਸੰਧੀ ਕਰਕੇ ਮਿਲੀਅਨਸ ਆਫ ਡੋਸਸ ਜਿਹੜੇ ਹੈਗੇ ਪਰਚੇਸ ਕਰਨ ਦੀ ਐਗਰੀਮੈਂਟ ਕੀਤੀ ਹੈ। ਕਾਸਟ ਸਾਨੂੰ ਨਹੀਂ ਦੱਸਿਆ ਗਿਆ। 70 ਮਿਲੀਅਨ ਉਹਨਾਂ ਨੇ ਸਿਰਿੰਜ, ਅਲਕੋਹਲ ਸਵਾਬ ਤੇ ਬੈਂਡੇजेस ਵੀ ਲਿੱਤੀਆਂ। ਇਹਦਾ ਮਤਲਬ ਇਹ ਹੈ ਵੀ ਸ਼ਾਇਦ 2 ਡੋਜ਼ਸ ਦੇਣੇ ਪੈਣ, ਕਿਉਂਕਿ ਸਾਡੀ ਆਬਾਦੀ ਹੈ 37.5 ਮਿਲੀਅਨ। ਦੂਜੀ ਗੱਲ ਜਿਹੜੀ ਰਸ਼ੀਆ ਤੋਂ ਆ ਰਹੀ ਹੈ ਵੀ ਉਹਨਾਂ ਨੇ ਐਲਾਨ ਕਰ ਦਿੱਤਾ, ਠੀਕ ਹੈ ਕੀਤਾ ਉਹਨਾਂ ਨੇ। ਔਰ ਵਲਾਡੀਮੀਰ ਪੁਟਿਨ ਜਿਹੜੇ ਹੈਗੇ ਆ ਉਹ ਬਹੁਤ ਧੜੱਲੇਦਾਰ ਲੀਡਰ ਹੈਗੇ ਆ। ਹੁਣ ਅਗਰ ਆਪਾਂ ਥੋੜਾ ਜਿਹਾ ਪਿੱਛੇ ਹਟ ਕੇ ਦੇਖੀਏ ਕੀ ਹੋ ਰਿਹਾ, ਅੱਜ ਤੋਂ ਨਾ ਕਰੀਬਨ 40 ਸਾਲ ਪਹਿਲਾਂ ਇਹੀ ਸਿਚੁਏਸ਼ਨ ਸੀ ਵੀ ਜਦੋਂ ਚੰਦਰਮਾ ਤੇ ਜਾਣਾ ਸੀ, ਤੇ ਉਦੋਂ ਰਸ਼ੀਆ ਬਹੁਤ ਅੱਗੇ ਸੀ। ਯੂਰੀ ਗ੍ਰਿਗਰੀ ਆ ਜਿਹੜਾ ਪਹਿਲਾ ਬੰਦਾ ਸਪੇਸ 'ਚ ਗਿਆ ਸੀ, ਉਹਦੇ ਬਾਅਦ ਉਹਨਾਂ ਕੋਲ ਸਾਰੀ ਟੈਕਨੋਲੋਜੀ ਸੀ ਵੀ ਨੈਕਸਟ ਸਟੈਪ ਸੀ ਉਹਨਾਂ ਨੇ ਮੂਨ 'ਚ ਜਾਣਾ। ਤਾਂ ਇੱਥੇ ਇਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਉਦੋਂ ਬਣੇ ਜੌਨ ਐਫ ਕੈਨੇਡੀ ਸਾਹਿਬ, ਉਹਨੇ ਬਿਆਨ ਦੇ ਦਿੱਤਾ ਵੀ ਆਉਣ ਵਾਲੇ 6 ਮਹੀਨੇ ਸਾਲ 'ਚ ਅਸੀਂ ਚੰਦਰਮਾ ਤੇ ਲੈਂਡ ਕਰਨਾ। ਹਾਲਾਂਕਿ ਇਹਨਾਂ ਕੋਲ ਕੋਈ ਟੈਕਨੋਲੋਜੀ ਨਹੀਂ ਸੀ, ਕੁਛ ਨਹੀਂ ਸੀ। ਸੋ ਨਾਸਾ ਨੂੰ ਬਿਲੀਅਨਸ ਆਫ ਡਾਲਰ ਪੰਪਿੰਗ ਕੀਤੇ ਗਏ, ਸਾਇੰਟਿਸਟ ਇਕੱਠੇ ਕਰੇ ਗਏ, ਤਾਂ ਮੂਨ ਦੇ ਵਿੱਚ ਇਹਨਾਂ ਦਾ ਜਿਹੜੀ ਲੈਂਡਿੰਗ ਹੋਈ ਮੇਰੇ ਖਿਆਲ ਨਾਲ ਐਂਡ ਆਫ 69 ਜਾਂ ਅਰਲੀ 70 'ਚ। ਸੋ ਉਹਦੇ ਵਿੱਚ ਇਹ ਹੋਇਆ ਵੀ ਇਹ ਪੂਰੇ ਸੰਸਾਰ ਵਿੱਚ ਇੱਕ ਸੁਪਰ ਪਾਵਰ ਬਣ ਕੇ ਬਹਿ ਗਿਆ ਅਮਰੀਕਾ। ਹੁਣ ਪੁਟਿਨ ਸਾਹਿਬ ਉਹ ਜਿਹੜਾ ਹੈਗਾ ਦੇਖ ਰਿਹਾ ਵੀ ਅਸੀਂ ਪਹਿਲਾਂ ਕੱਢਣੀ ਆ ਤਾਂ ਕਿ ਸੰਸਾਰ ਨੂੰ ਦੱਸ ਸਕੇ ਵੀ ਅਸੀਂ ਵੀ ਪਾਵਰਫੁਲ ਬੰਦੇ ਹੈਗੇ। ਇੱਕ ਤਾਂ ਇਹ ਕਸ਼ਮਕਸ਼ ਚੱਲ ਰਹੀ ਹੈ ਪਿੱਛੇ ਬੈਕਗਰਾਉਂਡ 'ਚ। ਦੂਜਾ ਉਹਨਾਂ ਦੇ ਫੇਜ਼ 1 ਔਰ 2 ਟ੍ਰਾਇਲ ਅਜੇ ਪੂਰੇ ਨਹੀਂ ਹੋਏ, ਔਰ ਫੇਜ਼ 3 ਟ੍ਰਾਇਲ ਅਜੇ ਸ਼ੁਰੂ ਹੋਣੇ ਆ, ਉਹ ਰਸ਼ੀਆ 'ਚ ਹੋਣੇ ਆ।
ਹਿੰਦੁਸਤਾਨ 'ਚ ਹੋਣੇ ਆ, ਫਿਲੀਪੀਨਸ 'ਚ ਹੋਣੇ ਆ ਤੇ ਯੂਨਾਈਟਿਡ ਅਰਬ ਐਮਿਰੇਟਸ 'ਚ ਹੋਣੇ, ਕੁਝ ਕੰਟਰੀਜ਼ 'ਚ ਅਜੇ ਉਹਨਾਂ ਦੇ ਫੇਸ 3 ਟ੍ਰਾਇਲ ਸ਼ੁਰੂ ਹੋਣੇ। ਲੇਕਿਨ ਉਹ ਕਹਿੰਦੇ ਵੀ ਠੀਕ ਆ, ਅਸੀਂ ਹੈਪੀ ਆ ਫੇਸ 1 ਟ੍ਰਾਇਲ ਤੋਂ। ਹੁਣ ਦੇਖੋ ਟ੍ਰੈਡੀਸ਼ਨਲੀ ਜਿਹੜਾ ਵੈਕਸੀਨ ਆ, ਪੋਲੀਓ ਦਾ ਵੈਕਸੀਨ, ਉਹਨੂੰ 50 ਸਾਲ ਲੱਗੇ ਸੀ ਬਣਨ ਨੂੰ। ਜਿਹੜੇ ਇਹ ਰੋਗ ਆ ਉਹਨਾਂ ਨੂੰ ਘੱਟ ਤੋਂ ਘੱਟ 5 ਤੋਂ 10 ਸਾਲ ਲੱਗਦੇ ਆ। ਇਹ ਬੜੀ ਫਾਸਟ ਟਰੈਕ 'ਚ ਕਰ ਰਹੇ ਆ। ਸਾਨੂੰ ਕਿਸੇ ਨੂੰ ਨਹੀਂ ਪਤਾ ਵੀ ਵੈਕਸੀਨ ਕਿੰਨਾ ਇਫੈਕਟਿਵ ਹੋਊਗਾ, ਕਿੰਨੇ ਡੋਜ਼ ਦੇਣੇ ਪੈਣਗੇ, ਕਿੰਨੇ ਮਹੀਨੇ ਜਾਂ ਕਿੰਨੇ ਸਾਲ ਤੱਕ ਪ੍ਰੋਟੈਕਸ਼ਨ ਦਊਗਾ, ਕੀ ਸਾਈਡ ਇਫੈਕਟ ਹੋਣਗੇ। ਵੱਡੀ ਗੱਲ ਹੈਗੀ ਸਾਈਡ ਇਫੈਕਟ। ਹੁਣ ਆਪਾਂ ਕਹੀਏ 95% ਲੋਕੀ ਕੋਵਿਡ ਤੋਂ ਉਦਾਂ ਠੀਕ ਹੋ ਜਾਂਦੇ ਆ, ਕੋਈ 5% ਹੈ ਜਿਨ੍ਹਾਂ ਨੂੰ ਹਸਪੀਟਲ ਦੀ ਲੋੜ ਪੈਂਦੀ ਆ, 2% ਜਿਹੜੇ ਆਈਸੀਯੂ 'ਚ ਜਾਂਦੇ ਆ। ਕਿਤੇ ਏਦਾਂ ਨਾ ਹੋਵੇ ਵੀ ਵੈਕਸੀਨ ਦੀ ਸਾਈਡ ਇਫੈਕਟ ਹੀ ਕੋਵਿਡ ਨਾਲੋਂ ਜ਼ਿਆਦਾ ਡੇਂਜਰਸ ਹੋਵੇ, ਕਿਉਂਕਿ ਕਈ ਵੈਕਸੀਨ ਤਾਂ ਫਾਸਟ ਟਰੈਕ 'ਚ ਬਣੀਆਂ ਜਿਨ੍ਹਾਂ ਦਾ ਸਾਈਡ ਇਫੈਕਟ ਹੋਇਆ। ਸੋ ਇਸ ਵੇਲੇ ਮੈਂ ਕਹੂੰਗਾ ਵੀ ਇਹ ਵੇਟ ਐਂਡ ਵਾਚ ਗੇਮ ਹੈਗੀ ਆ। ਕੈਨੇਡਾ 'ਚ ਜਦੋਂ ਉਹਨਾਂ ਨੇ ਜਿਹੜਾ ਰਿਸਰਚ ਸਰਵੇਖਣ ਕੀਤਾ ਸੀ, ਉਹਦੇ 32% ਕੈਨੇਡੀਅਨ ਕਹਿੰਦੇ ਆ ਜਿਹੜੀ ਪ੍ਰੋਪਰ ਟ੍ਰਾਇਲਸ ਤੋਂ ਵੀ ਬਣ ਕੇ ਵੈਕਸੀਨ ਆ ਰਹੀ ਆ, ਅਸੀਂ ਨਹੀਂ ਲੈਣੀ। ਸੋ 1/3 ਕੈਨੇਡਾ ਅਜੇ ਵੀ ਡਰ ਰਿਹਾ ਜਦੋਂ ਪ੍ਰੋਪਰ ਟ੍ਰਾਇਲ ਤੋਂ ਹੋ ਕੇ ਆਣੀ ਵੈਕਸੀਨ। ਸੋ ਇਸ ਲਈ ਮੈਂ ਕਹੂੰਗਾ ਵੀ ਇਹ ਸਾਰੀਆਂ ਚੀਜ਼ਾਂ ਹੈਗੀਆਂ, ਇਹ ਸ਼ੋਮੈਨਸ਼ਿਪ ਹੈਗੀ ਆ, ਪੋਲਿਟਿਕਸ ਇਨਵੋਲਡ ਹੈ ਔਰ ਪਾਵਰ ਇਨਵੋਲਡ ਹੈ। ਬਿਲਕੁਲ, ਤੁਸੀਂ ਜਿਵੇਂ ਦੱਸਿਆ ਕਿ ਪੋਲਿਟਿਕਸ ਵੀ ਇਨਵੋਲਵ ਹੈਗੀ ਹੈ। ਜਦੋਂ ਅਸੀਂ ਕੈਨੇਡਾ ਦੀ ਜਿਹੜੇ ਸਾਡੇ ਅਫੀਸ਼ੀਅਲ ਹੈਗੇ ਆ ਡਾਕਟਰ ਟੈਰੇਸਾ ਟੈਮ, ਉਹਨਾਂ ਤੋਂ ਜਦੋਂ ਪੁੱਛਿਆ ਗਿਆ ਕਿ ਤੁਸੀਂ ਕੀ ਇਹਦੇ ਬਾਰੇ ਕਹਿਣਾ ਹੈਗਾ, ਉਹਨਾਂ ਨੇ ਇਨਡਾਇਰੈਕਟਲੀ ਇਹ ਕਹਿ ਦਿੱਤਾ ਕਿ ਜਿੰਨਾ ਚਿਰ ਹੈਲਥ ਕੈਨੇਡਾ ਅਪਰੂਵ ਨਹੀਂ ਕਰੂਗੀ, ਅਸੀਂ ਉਦੋਂ ਤੱਕ ਕੋਈ ਜਿਹੜੀ ਦਵਾਈ ਹੈ ਉਹ ਕੈਨੇਡਾ ਦੇ ਵਿੱਚ ਨਹੀਂ ਅਪਰੂਵ ਕਰਾਂਗੇ। ਸੋ ਸਾਰੇ ਦੇਸ਼ਾਂ ਦੇ ਅਲੱਗ-ਅਲੱਗ ਜਿਵੇਂ ਡਿਪਾਰਟਮੈਂਟ ਹੁੰਦੇ ਆ ਜਿਹੜੇ ਅਪਰੂਵ ਕਰਨਗੇ, ਤੇ ਫਿਰ ਉਸ ਤੋਂ ਬਾਅਦ ਉਸ ਦੇਸ਼ ਦੇ ਵਾਸੀਆਂ ਨੂੰ ਜਿਹੜੀ ਹੈ ਵੈਕਸੀਨ ਦਿੱਤੀ ਜਾਊਗੀ। ਸਹੀ ਗੱਲ, ਕਿਉਂਕਿ ਦੇਖੋ ਜੋ ਵੀ ਰਿਸਰਚ ਵੀ ਹੋ ਗਿਆ, ਲੈਟਸ ਸੇ ਮੋਡਰਨਾ ਦਾ ਵੀ ਹੋ ਗਿਆ, ਤੁਸੀਂ ਆਰਡਰ ਵੀ ਦੇ ਦਿੱਤੇ, ਪੈਸੇ ਵੀ ਡਿਪੋਜ਼ਿਟ ਕਰਤੇ, ਬਟ ਤੁਹਾਡੇ ਜਿਹੜੇ ਸਾਇੰਟਿਸਟ ਆ ਉਹ ਡੇਟਾ ਲੈ ਕੇ ਐਨਾਲਾਈਜ਼ ਕਰਦੇ ਆ, ਕਿਉਂਕਿ ਐਟ ਦ ਐਂਡ ਆਫ ਦ ਡੇ ਤੁਹਾਡਾ ਜਿਹੜਾ ਆਵਾਮ ਆ ਉਹ ਵੈਕਸੀਨ ਦਿੰਦੇ ਕਿਤੇ ਹੋਰ ਪੰਗੇ ਨਾ ਪਾਏ, ਕੋਈ ਸਾਈਡ ਇਫੈਕਟ ਨਾ ਹੋਵੇ, ਕੋਈ ਹੋਰ ਪ੍ਰੋਬਲਮ ਨਾ ਕ੍ਰੀਏਟ ਕੀਤਾ ਜਾਵੇ। ਅਮਰੀਕਾ 'ਚ ਇੱਕ ਵੈਕਸੀਨ ਬਣੀ ਸੀ ਏਵੀਅਨ ਫਲੂ ਵਾਸਤੇ ਅੱਜ ਤੋਂ 30-40 ਸਾਲ ਪਹਿਲਾਂ, ਫਾਸਟ ਉਹਨਾਂ ਨੇ ਦੇ ਦਿੱਤੀ, ਕਾਲੀ ਦੇ ਦੋ ਦੇਖੀ ਜਾਊਗੀ। ਉਹ ਅਜੇ ਤੱਕ ਹੈਗੇ ਲੋਕੀ ਸਫਰ ਕਰ ਰਹੇ ਆ ਜਿਨ੍ਹਾਂ ਨੂੰ ਪੈਰਾਲਿਸਿਸ ਹੋਇਆ, ਗੀਆਂ ਬਾਰੇ ਸਿੰਡਰੋਮ ਹੋਇਆ, ਤੇ ਅਜੇ ਤੱਕ ਲਾਅ ਸੂਟ ਜਿਹੜੇ ਹੈਗੇ ਫਲੋਟ ਹੋ ਰਹੇ, 30-40 ਸਾਲ ਹੋ ਗਏ ਗੱਲ ਨੂੰ। ਸੋ ਇਸ ਲਈ ਕਈ ਵਾਰ ਸਾਨੂੰ ਥੋੜਾ ਜਿਹਾ ਨਾ ਸਬਰ ਵੀ ਰੱਖਣਾ ਪੈਣਾ। ਹੁਣ ਦੇਖੋ ਵੈਕਸੀਨ ਆ ਵੀ ਜਾਊਗੀ ਤਾਂ ਉਹਨੇ ਸਾਰੇ ਮਸਲੇ ਨਹੀਂ ਸੋਲਵ ਕਰਨੇ। ਇਟਸ ਨਾਟ ਸੁਪਰ ਬੁਲੇਟ ਵੀ ਉਹਨੇ ਸਾਰਾ ਕਰੋਨਾ ਉਠਾ ਕੇ ਰੱਖ ਦੇਣਾ, ਨਾ। ਵੈਕਸੀਨ ਜਿਹੜੀ ਹੈਗੀ ਇੱਕ ਛੋਟਾ ਜਿਹਾ ਪਜ਼ਲ ਦਾ ਪੀਸ ਹੈਗਾ। ਗੱਲ ਇਹ ਹੈਗੀ ਵੀ ਅੱਛਾ, ਹੁਣ ਜਿਹੜਾ ਪੈਂਡੇਮਿਕ ਹੈ ਨਾ ਅਰਸ਼ ਜੀ, ਕਦੀ ਨਾ ਕਦੀ ਤੇ ਖਤਮ ਹੋ, ਇਹਨੂੰ ਸਾਲ ਲੱਗਦਾ, 2 ਸਾਲ ਲੱਗਦੇ, 3 ਸਾਲ ਲੱਗਦੇ, 4 ਸਾਲ ਲੱਗਦੇ, ਇਹ ਤੇ ਗੁਰੂ ਮਹਾਰਾਜ ਨੂੰ ਪਤਾ। ਲੇਕਿਨ ਉਹ 3 ਐਂਗਲ 'ਚ ਖਤਮ ਹੋਗਾ। ਪਹਿਲਾ ਐਂਗਲ ਆ ਵੀ ਵਾਇਰਸ ਸਾਰਿਆਂ ਨੂੰ ਹੋ ਜਾਊਗਾ, ਥੋੜੀ ਬਹੁਤ ਸਾਰਿਆਂ ਨੂੰ ਹੋ ਗਈ। ਦੂਜਾ ਵੀ ਵਾਇਰਸ ਡਾਈ ਡਾਊਨ ਹੋ ਜਾਊਗਾ, ਜਿੱਦਾਂ ਸਾਰਸ ਦਾ ਹੋ ਗਿਆ, ਮਰਸ ਦਾ ਹੋ ਗਿਆ, ਹੋਰ ਬਿਮਾਰੀਆਂ ਦਾ। ਤੀਜਾ ਵੈਕਸੀਨੇਸ਼ਨ। ਸੋ ਹਰ ਇੱਕ ਚੀਜ਼ ਜਿਹੜੀ ਹੈਗੀ ਇੰਪੋਰਟੈਂਟ ਹੈ, ਲੇਕਿਨ ਹਰ ਇੱਕ ਚੀਜ਼ ਸਿਰਫ ਸੋਲੂਸ਼ਨ ਨਹੀਂ ਆ। ਸੋ ਡਾਕਟਰ ਥਰੀਸਾ ਟੈਮ ਵੀ ਕਹਿੰਦੇ ਕੋਈ ਸਿਲਵਰ ਬੁਲੇਟ ਨਹੀਂ ਆ ਵੀ ਤੁਸੀਂ ਵੈਕਸੀਨ ਬਣਾ ਦਿੱਤੀ ਵੀ ਕਰੋਨਾ ਹੁਣ ਤੁਹਾਡੇ ਏਰੀਆ ਤੋਂ ਖਤਮ ਹੋ ਜਾਣਾ, ਨਹੀਂ। ਔਰ ਦੂਜੀ ਗੱਲ ਇਹ ਹੈਗੀ ਆ ਵੀ ਇਹਦੇ ਵੈਕਸੀਨ ਦੇ ਕਿੰਨੇ ਡੋਜ਼ਸ ਦੇਣੇ ਪੈਣੇ ਆ, ਕਿੰਨਾ ਡੋਜ਼ ਦੇਣਾ ਪਏਗਾ, ਹਰ ਸਾਲ ਦੇਣਾ ਪਏਗਾ। ਸੋ ਸਾਨੂੰ ਆਉਣ ਵਾਲੇ ਕੁਝ ਸਾਲਾਂ ਤੱਕ ਟਰੈਵਲਿੰਗ ਨਹੀਂ ਕਰਨੀ ਚਾਹੀਦੀ, ਲੋਕਲੀ ਰਹਿਣਾ ਚਾਹੀਦਾ, ਸਾਨੂੰ ਫਿਜ਼ੀਕਲ ਡਿਸਟੈਂਸ 6 ਤੋਂ 8 ਫੁੱਟ, ਮਾਸਕ ਜ਼ਰੂਰੀ ਪਾਓ। ਜਦੋਂ ਮਾਸਕ ਦੀ ਗੱਲ ਕਰੀਏ 24 ਅਗਸਤ ਤੋਂ ਮੈਂਡੇਟਡ ਹੋ ਜਾਣਾ BC 'ਚ ਵੀ, ਅਗਰ ਤੁਸੀਂ ਟ੍ਰਾਂਜ਼ਿਟ ਤੇ ਜਾਂਦੇ ਟ੍ਰੇਨ ਜਾਂ ਬੱਸ 'ਚ, ਜਿਹੜੇ ਗਾਈਡਲਾਈਨਸ ਆਈ ਹੈ 10 ਸਾਲ ਤੋਂ ਉੱਤੇ ਬੱਚਿਆਂ ਨੂੰ ਮਾਸਕ ਲਾਉਣਾ ਚਾਹੀਦਾ। ਉਹਨਾਂ ਨੇ ਕਿਹਾ ਫਿਜ਼ੀਕਲ ਡਿਸਟੈਂਸ ਰੱਖੋ, ਹੈਂਡ ਵਾਸ਼ਿੰਗ, ਬੱਚਿਆਂ ਦਾ ਜਿਹੜਾ ਟੈਂਪਰੇਚਰ ਜਾਂ ਹੈਲਥ ਸਕਰੀਨਿੰਗ ਕੀਤੀ ਜਾਊਗੀ ਜਦੋਂ ਸਕੂਲ ਜਾਊਗਾ, ਰੋਜ਼ ਸਵੇਰੇ ਟੀਚਰਾਂ ਨੂੰ ਹਦਾਇਤ ਹੈ ਮਾਸਕ ਲਾਈ ਜਾਏ, ਮੇਬੀ ਇਵਨ ਆਈ ਕਵਰ ਜਾਂ ਸ਼ੀਲਡ ਪਾਈ ਜਾਏ, ਵੈਂਟੀਲੇਸ਼ਨ ਇੰਪਰੂਵ ਕੀਤੀ ਜਾਏ। ਇਹ ਸਾਰੀਆਂ ਚੀਜ਼ਾਂ ਸਾਨੂੰ ਲੈ ਕੇ ਆਉਣੀਆਂ ਪੈਣੀਆਂ। ਬਿਲਕੁਲ, ਨਾਲ ਹੁਣ ਜਿੱਦਾਂ ਮਾਸਕ ਦੀ ਤੁਸੀਂ ਗੱਲ ਕੀਤੀ ਹੈਗੀ ਆ, ਤਾਂ ਇੰਨਾ ਕੁ ਜ਼ਰੂਰੀ ਕਰ ਦਿੱਤਾ, ਜੇ ਤੁਹਾਨੂੰ 에ਅਰ ਟਰੈਵਲ ਕਰਨਾ ਵੀ ਪੈਂਦਾ ਹੈਗਾ ਆ, ਤਾਂ ਵੀ ਉਹਨਾਂ ਨੇ ਕਿਹਾ ਕਿ ਜੇ ਤੁਹਾਨੂੰ ਆਪਾਂ ਕਈ ਵਾਰ ਇਹ ਕਹਿ ਕੇ ਬਚ ਜਾਂਦੇ ਸੀ ਕਿ ਸਾਨੂੰ ਸਾਹ ਲੈਣ 'ਚ ਤਕਲੀਫ ਹੁੰਦੀ ਹੈ ਤੇ ਅਸੀਂ ਮਾਸਕ ਨਹੀਂ ਪਾ ਸਕਦੇ, ਪਰ ਹੁਣ ਉਹਨਾਂ ਨੇ ਕਿਹਾ ਕਿ ਸਾਨੂੰ ਮੈਡੀਕਲ ਪ੍ਰੂਫ ਚਾਹੀਦਾ ਹੈ ਕਿ ਤੁਹਾਨੂੰ ਕੋਈ ਤਕਲੀਫ ਹੈ, ਤਾਂ ਕਰਕੇ ਤੁਸੀਂ ਮਾਸਕ ਨਹੀਂ ਪਾਉਣਾ, ਅਦਰਵਾਈਜ਼ ਤੁਹਾਨੂੰ ਮਾਸਕ ਪਾਉਣਾ ਹੀ ਪੈਣਾ। ਸਹੀ ਗੱਲ ਹੈਗੀ ਅਰਸ਼ ਜੀ। ਦੇਖੋ ਕੁਛ ਇੱਕ ਬੱਚੇ ਜਿਨ੍ਹਾਂ ਨੂੰ ਔਟਿਜ਼ਮ ਹੈਗਾ ਜਾਂ ਕੁਛ ਮੈਂਟਲੀ ਰਿਟਾਰਡਡ ਨੇ ਜਾਂ ਬਿਹੇਵੀਅਰਲ ਇਸ਼ੂ ਨੇ ਜਾਂ ਬੈਡ ਐਸਮਾ ਜਿਹਦੇ ਕਰਕੇ ਮਾਸਕ ਕਰਕੇ ਟ੍ਰਿਗਰ ਹੋ ਸਕਦਾ, ਉਹ 'ਚ ਅਸੀਂ ਨੋਟ ਲਿਖ ਕੇ ਦਿੰਦਾ ਬਕਾਇਦਾ, ਬਟ ਉਹ ਬਹੁਤ ਛੋਟਾ ਵਰਗ ਹੈਗਾ ਸੋਸਾਇਟੀ ਦਾ। ਹੁਣ ਕਈਆਂ ਨੇ ਮਾਸਕ ਦੇ ਅਗੇਂਸਟ ਪ੍ਰਚਾਰ ਬਹੁਤ ਕੀਤਾ ਵੀ ਇਹ ਕਾਰਬਨ ਡਾਈਆਕਸਾਈਡ ਰਿਟੇਨ ਕਰੂਗਾ,
ਬੜਾ ਕੁਝ ਖਰਾਬ ਕਰੂਗਾ ਤੁਹਾਡੀ ਬੋਡੀ 'ਚ, ਤੁਹਾਡੇ ਕਾਰਬਨ ਡਾਈਆਕਸਾਈਡ ਬਾਹਰ ਜਾਣਾ ਚਾਹੀਦਾ, ਆਕਸੀਜਨ ਅੰਦਰ ਜਾਣਾ ਚਾਹੀਦਾ। ਸੋ ਇੱਕ ICU ਦਾ ਡਾਕਟਰ ਹੈਗਾ ਕੈਨੇਡਾ ਦੇ ਵਿੱਚ, ਉਹਨੇ ਪੂਰੀ ਤਰ੍ਹਾਂ ਟਾਈਟ ਮਾਸਕ ਲਾ ਕੇ 30 ਕਿਲੋਮੀਟਰ ਉਹਨੇ ਦੌੜ ਕੇ ਵੀ ਦੱਸਿਆ ਵੀ ਕੁਝ ਨਹੀਂ ਹੁੰਦਾ। ਜਦੋਂ ਆਪਾਂ ਦੌੜਦੇ ਹਾਂ ਉਦੋਂ ਸਾਨੂੰ ਆਕਸੀਜਨ ਜ਼ਿਆਦਾ ਚਾਹੀਦਾ ਹੈ ਨਾ। ਸੋ ਇਸ ਲਈ ਮਾਸਕ ਦੇ ਅਗੇਂਸਟ ਜਿਹੜਾ ਪ੍ਰਚਾਰ ਚੱਲ ਰਿਹਾ ਉਹ ਬੇਬੁਨਿਆਦ ਹੈਗਾ। ਹਾਂ, ਕੁਛ ਇੱਕ ਐਗਜ਼ੈਂਪਸ਼ਨਸ ਹੈਗੇ ਆ ਵੀ ਜਿਹੜੇ ਹੁਣ ਲੋਕੀ ਮਾਸਕ ਨਹੀਂ ਲਾ ਸਕਦੇ, ਜਿਵੇਂ ਨਿਆਣੇ ਨਿੱਕੇ ਆ 2-3 ਸਾਲ ਦੇ, 5 ਸਾਲ ਦੇ, 8 ਸਾਲ ਦੇ, ਜਾਂ ਜਿਨ੍ਹਾਂ ਨੂੰ ਕੋਈ ਨਾ ਕੋਈ ਹੋਰ ਹੈਲਥ ਇਸ਼ੂ, ਦੈਟਸ ਅ ਡਿਫਰੈਂਟ ਸਟੋਰੀ। ਬਟ ਮਾਸਕ ਲਾਉਣਾ ਚਾਹੀਦਾ, ਕਿਉਂਕਿ ਜਿਹੜੀ ਕੰਟਰੀਜ਼ ਨੇ ਮਾਸਕ ਲਾਇਆ, ਤਾਇਵਾਨ ਆ, ਸਿੰਗਾਪੁਰ ਆ, ਹਾਂਗਕਾਂਗ ਆ, ਸਾਊਥ ਕੋਰੀਆ, ਜਾਪਾਨ ਆ, ਸਾਰਿਆਂ ਦੇ ਵਿੱਚ ਕੋਵਿਡ ਘੱਟ ਰਿਹਾ ਔਰ ਡੈਥ ਬਹੁਤ ਹੀ ਘੱਟ ਰਹੀ। ਬਿਲਕੁਲ, ਬੱਚਿਆਂ ਦੀ ਅਸੀਂ ਗੱਲ ਕਰ ਰਹੇ ਹੈਗੇ ਆ, ਤੇ ਬੱਚਿਆਂ ਦੇ ਹੁਣ ਜਦੋਂ BC ਦੇ ਵਿੱਚ ਗੱਲ ਕਰੀਏ ਤਾਂ ਸਕੂਲ ਸਟਾਰਟ ਹੋ ਰਹੇ ਹੈਗੇ ਨੇ। ਪਹਿਲਾਂ ਤਾਂ ਹੁਣ ਪਿੱਛੇ ਜਿਹੜੀ ਐਜੂਕੇਸ਼ਨ ਮਿਨਿਸਟਰ ਸੀਗੇ, ਉਹਨਾਂ ਦੀ ਅਨਾਉਂਸਮੈਂਟ ਆਈ ਸੀ ਕਿ ਪਹਿਲਾਂ ਇਕੱਲੇ ਟੀਚਰਸ ਆਉਣਗੇ ਤੇ ਫਿਰ ਉਸ ਤੋਂ ਬਾਅਦ ਬੱਚਿਆਂ ਨੂੰ ਬੁਲਾਇਆ ਜਾਵੇਗਾ। ਤਾਂ ਹੁਣ ਫਿਰ ਉਹਨਾਂ ਨੇ ਕਿਹਾ ਕਿ ਸੈਪਟੈਂਬਰ 10 ਤੋਂ ਓਰੀਐਂਟੇਸ਼ਨ ਦੇ ਲਈ ਬੱਚੇ ਆਉਣਗੇ ਸਕੂਲਾਂ ਦੇ ਵਿੱਚ। ਹੁਣ ਪੇਰੈਂਟਸ ਵਰੀਡ ਹੈਗੇ ਨੇ, ਐਂਸ਼ੀਅਸ ਹੈਗੇ ਨੇ ਕਿ ਸਾਡੇ ਬੱਚੇ ਹੁਣ ਜਾਣਗੇ, ਉੱਥੇ ਹੋਰ ਬੱਚਿਆਂ ਨੂੰ ਮਿਲਣਗੇ, ਉਹ ਬੱਚੇ ਪਤਾ ਨਹੀਂ ਕਿੰਨਾ ਨਾਲ ਹੋਰ ਮਿਲ ਕੇ ਆਏ ਹੈਗੇ ਆ, ਉਹਨਾਂ ਨੂੰ ਕੋਵਿਡ ਹੈ ਨਹੀਂ ਹੈ। ਹੁਣ ਬੱਚਿਆਂ ਦੇ ਵਿੱਚ ਜਦੋਂ ਕੋਵਿਡ ਦੀ ਗੱਲ ਕਰਦੇ ਆ ਤਾਂ ਕਿਸ ਤਰ੍ਹਾਂ ਜਿਹੜਾ ਹੈ ਉਹ ਸਟੈਟ ਆ ਰਹੇ ਹੈਗੇ ਆ ਸਾਹਮਣੇ, ਕਿੰਨੇ ਕੁ ਜ਼ਿਆਦਾ ਬੱਚਿਆਂ ਨੂੰ ਜਿਹੜਾ ਕੋਵਿਡ ਹੋ ਰਿਹਾ? ਦੇਖੋ, ਇਹਦੇ ਦੋ ਪੱਖ ਹੈਗੇ। ਪਹਿਲਾ ਪੱਖ ਤੇ ਹੈਗਾ ਵੀ ਮੈਂ ਬੱਚਿਆਂ ਦਾ ਡਾਕਟਰ ਹੈਗਾ, ਐਜੂਕੇਸ਼ਨ ਜ਼ਰੂਰੀ ਹੈਗੀ ਆ। ਐਜੂਕੇਸ਼ਨ ਆਨਲਾਈਨ ਵੀ ਕਰਦੇ ਬੱਚੇ, ਲੇਕਿਨ ਉਹ ਐਜੂਕੇਸ਼ਨ ਦਾ ਬਹੁਤ ਛੋਟਾ ਹਿੱਸਾ ਹੁੰਦਾ। ਦੇਖੋ, ਸਾਰਿਆਂ ਨੂੰ ਪਤਾ 2+2=4, ਇਹਦੇ ਵਿੱਚ ਕੋਈ ਵੱਡੀ ਸਾਇੰਸ ਨਹੀਂ ਹੈਗੀ। ਬਟ ਜਿਹੜਾ ਸੋਸ਼ਲ ਡਿਵੈਲਪਮੈਂਟ ਆ, ਇਮੋਸ਼ਨਲ ਡਿਵੈਲਪਮੈਂਟ ਆ, ਦੋਸਤੀ ਆ, ਫਰੈਂਡਸ਼ਿਪ ਆ, ਟੀਚਰ ਸਟੂਡੈਂਟ ਰਿਲੇਸ਼ਨਸ਼ਿਪ ਆ, ਉਹ ਜਿਹੜਾ ਮਾਹੌਲ ਆ ਉਹ ਸਕੂਲ ਹੀ ਪ੍ਰੋਵਾਈਡ ਕਰਦਾ। ਔਰ ਸਕੂਲ ਜਿਹੜਾ ਹੈਗਾ ਤੁਹਾਡੇ ਲਾਈਫ ਦਾ ਬਹੁਤ ਵੱਡਾ ਪਿਲਰ ਹੁੰਦਾ, ਕਿਉਂਕਿ ਤੁਸੀਂ 1/3 ਆਪਣਾ ਟਾਈਮ ਸਕੂਲੇ ਬਿਤਾਉਣਾ। ਦੂਜੀ ਗੱਲ ਹੈਗੀ ਆ ਵੀ ਕਦੀ ਵੀ ਰਿਸਕ ਜ਼ੀਰੋ ਨਹੀਂ ਹੋਊਗਾ ਕੋਵਿਡ ਦਾ, ਕਦੀ ਨਾ ਕਦੀ ਸਕੂਲਾਂ ਦੇ ਵਿੱਚ ਆਊਟਬ੍ਰੇਕ ਤੇ ਜ਼ਰੂਰ ਹੋਊਗੀ। ਇਸ ਲਈ ਉਹ ਛੋਟੇ-ਛੋਟੇ ਬਬਲਸ ਕ੍ਰੀਏਟ ਕਰ ਰਹੇ ਆ 60 ਬੱਚਿਆਂ ਦਾ, ਜਿਹੜੇ 7ਵੀਂ ਤੱਕ ਬੱਚੇ ਉਹ 60 ਦੇ ਗਰੁੱਪ 'ਚ ਹੀ ਉਹ ਵਿਚਰਨਗੇ। ਅਗਰ ਬਾਈ ਚਾਂਸ ਕੋਵਿਡ ਹੁੰਦਾ ਤੇ ਬਾਕੀ ਸਾਰਿਆਂ ਨੂੰ ਆਈਸੋਲੇਟ ਕਰਨਾ ਜਾਂ ਦੂਜੇ ਫੈਸਿਲਿਟੀ ਭੇਜਣਾ ਬੜਾ ਸੌਖਾ। ਜਿਹੜੇ ਹਾਈ ਸਕੂਲ ਤੋਂ ਉੱਤੇ 120 ਦਾ ਬਬਲ ਹੋਊਗਾ। ਨਾਲ ਜਿਹੜੇ 10 ਸਾਲ ਤੋਂ ਉੱਤੇ ਬੱਚੇ, ਗ੍ਰੇਡ 4 ਤੋਂ ਉੱਤੇ ਬੱਚੇ ਆ, ਉਹ ਸਾਰਿਆਂ ਨੂੰ ਮਾਸਕ ਵਾਸਤੇ ਕਿਹਾ ਗਿਆ, ਫਿਜ਼ੀਕਲ ਡਿਸਟੈਂਸ ਕੀਤੀ ਗਈ ਹੈ। ਉਹਨਾਂ ਨੂੰ 2 ਦਿਨ ਮਤਲਬ ਸਕੂਲ 5 ਦਿਨ ਹੁੰਦਾ ਸੀ ਨਾ, ਹੁਣ 4 ਦਿਨ ਹੋ ਜਾਊਗਾ। ਇੱਕ ਦਿਨ ਉਹਨਾਂ ਨੇ ਕਲੀਨ ਅਪ ਵਾਸਤੇ ਵੀ ਰੱਖਣਾ। ਉਹਨਾਂ ਨੇ ਕਸਟੋਡੀਅਨ ਹਾਇਰ ਕੀਤੇ ਜਿਹੜੇ ਸੈਨੀਟਾਈਜ਼ ਕਰ ਸਕਣ ਲੰਚ ਟਾਈਮ ਵੀ। ਔਰ ਜਿਹੜੀ ਪਲੈਕਸੀ ਗਲਾਸ ਵਗੈਰਾ ਉਹਦੀ ਗੱਲ ਚੱਲ ਰਹੀ ਆ, ਫਿਜ਼ੀਕਲ ਡਿਸਟੈਂਸ ਦੀ ਗੱਲ ਚੱਲ ਰਹੀ ਆ, ਟੀਚਰਸ ਮਾਸਕ ਲਾਉਣ, ਆਈ ਸ਼ੀਲਡ ਲਾਉਣ, ਵੈਂਟੀਲੇਸ਼ਨ ਇੰਪਰੂਵ ਕਰਨ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਕੋਸ਼ਿਸ਼ ਕਰ ਸਕਦੇ ਆ। ਹੁਣ ਮੈਂ ਤੁਹਾਨੂੰ ਥੋੜੇ ਅੰਕੜੇ ਦੱਸਣਾ ਚਾਹੁੰਦਾ। ਅਮਰੀਕਾ ਦੇ ਪਹਿਲਾਂ ਉਹਦੇ ਵਿੱਚ ਕੈਨੇਡਾ ਨਹੀਂ, ਜੋ ਅਮਰੀਕਾ 'ਚ ਕੋਵਿਡ ਇਜ਼ ਆਊਟ ਆਫ ਕੰਟਰੋਲ। ਉਹਦਾ ਇਹ ਹੈਗਾ ਵੀ ਅਮਰੀਕਾ ਦੇ ਵਿੱਚ ਯੂਨੀਵਰਸਲ ਹੈਲਥ ਕੇਅਰ ਨਹੀਂ ਹੈਗਾ, ਔਰ ਉਧਰ ਆਵਾਮ ਜਿਹੜਾ ਹੈਗਾ ਉਹ ਆਪਣੀ ਮਨਮਰਜ਼ੀ ਕਰਦਾ। ਔਰ ਉਹਨਾਂ ਨੇ ਲੋਕਡਾਊਨ ਬਹੁਤ ਛੇਤੀ ਖੋਲ ਦਿੱਤਾ, ਔਰ ਉਹਨਾਂ ਨੇ ਕੋਈ ਗਾਈਡਲਾਈਨਸ ਨਹੀਂ ਰੱਖੀਆਂ ਵੀ ਤੁਹਾਨੂੰ ਫੋਲੋ ਕਰਨੀਆਂ ਪੈਣੀਆਂ, ਤੁਹਾਡੀ ਮਰਜ਼ੀ ਕਰਨੀ ਕਰੋ, ਨਹੀਂ ਕਰਨੀ ਨਾ ਕਰੋ, ਖਾਸ ਕਰਕੇ ਫਿਜ਼ੀਕਲ ਡਿਸਟੈਂਸ ਦੀ ਵਗੈਰਾ। ਸੋ ਪਿਛਲੇ 4 ਹਫ਼ਤੇ 'ਚ 90% ਵਾਧਾ ਹੋਇਆ ਬੱਚਿਆਂ 'ਚ ਕੋਵਿਡ ਦਾ, ਜਦੋਂ ਬੱਚੇ ਸਕੂਲ ਜਾਣੇ ਸ਼ੁਰੂ ਹੋਏ ਅਮਰੀਕਾ 'ਚ। तो करीबन 1 लाख केसेस हो चुके हैं। डॉक्टर संजय गुप्ता ਜਿਹੜੇ ਮੇਰੇ ਰੋਲ ਮਾਡਲ ਵੀ ਆ, ਮੈਂ ਉਹਨਾਂ ਨੂੰ ਕਾਫੀ ਲਿਸਨ ਕਰਦਾ, ਫੋਲੋ ਵੀ ਕਰਦਾ। ਬੜੇ ਉੱਗੇ ਸਾਇੰਟਿਸਟ ਆ, ਵੈਰੀ ਗੁੱਡ ਓਰੇਟਰ, ਨਿਊਰੋ ਸਰਜਨ ਨੇ। ਬਟ ਜੋ ਵੀ ਮੈਡੀਸਿਨ ਦੀ ਗੱਲ ਕਰਨਗੇ ਵਜਨ ਦੇ ਨਾਲ ਕਰਨਗੇ। ਉਹਨਾਂ ਨੇ ਵੀ ਡਿਸੀਜਨ ਲੈ ਦਿੱਤਾ, 3 ਗੁੱਡੀਆਂ ਉਹਨਾਂ ਦੀਆਂ, ਵੀ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਣਾ ਜਦ ਤੱਕ ਨੰਬਰ ਥੱਲੇ ਨਹੀਂ ਆਉਂਦੇ। ਉਹ ਹੈ ਅਮਰੀਕਾ ਦੀ ਗੱਲ, ਜਿਹੜੀ ਕੈਨੇਡਾ ਦੇ ਉੱਤੇ ਅਪਲਾਈ ਨਹੀਂ ਕਰਦੀ। ਹੁਣ ਆਪਾਂ ਗੱਲ ਕਰੀਏ, ਜਦੋਂ ਦਾ ਕੈਨੇਡਾ ਦੇ ਵਿੱਚ ਕੋਵਿਡ ਦਾ ਪਸਾਰਾ ਵਧਿਆ, ਖਾਸ ਕਰਕੇ ਮਾਰਚ ਤੋਂ ਵੱਧ ਕੇ ਹੁਣ ਘਟਨਾ ਸ਼ੁਰੂ ਹੋਇਆ, ਅਸੀਂ ਕਾਊਂਟ ਕੀਤਾ ਵੀ ਕਿੰਨੇ ਬੱਚੇ ਡਾਇਗਨੋਸ ਹੋਏ ਕੋਵਿਡ ਦੇ। ਨੰਬਰ 7888, 7888। ਇਹਦੇ ਵਿੱਚੋਂ ਕਰੀਬਨ 15-20 ਬੱਚੇ ਹਸਪੀਟਲ ਵੀ ਜਾਣਾ ਪਿਆ। ਉਹਦੇ ਵਿੱਚ ਕਈਆਂ ਨੂੰ ਆਕਸੀਜਨ ਦੇਣਾ ਪਿਆ, ਕਈਆਂ ਨੂੰ ICU 'ਚ ਵੀ ਰੱਖਣਾ ਪਿਆ, ਔਰ 1 ਡੈਥ ਹੋਈ ਕੋਵਿਡ ਕਰਕੇ। ਅਗਰ ਆਪਾਂ 1,20,000 ਦੇ ਵਿੱਚੋਂ ਦੇਖੀਏ ਤੇ ਲਗਭਗ 8,000 ਤੇ ਕਰੀਬਨ 0.65% ਹੁੰਦਾ। ਔਰ ਅਗਰ ਆਪਾਂ 9,000 ਡੈਥ ਤੋਂ 1 ਡੈਥ ਬੱਚੇ ਦੀ ਦੇਖੀਏ, ਸੋ 1 in 10,000 ਰਫਲੀ ਹੁੰਦਾ। ਦੇਖੋ, ਰਿਸਕ ਜ਼ੀਰੋ ਕਦੀ ਨਹੀਂ ਹੋਏਗਾ। ਇਹ ਹੁਣ ਦੇ ਹੱਥ 'ਚ ਆ ਵੀ
ਉਹ ਬੱਚਿਆਂ ਨੂੰ ਕਿੰਨਾ ਕੰਫਰਟੇਬਲ ਜਾਂ ਸੇਫ ਸਮਝਦੇ ਆ। ਕਾਫੀ ਪੈਰੈਂਟਸ ਡਰੇ ਆ, ਬਟ ਮੇਰੇ ਹਿਸਾਬ ਦੇ ਨਾਲ ਕਦੀ ਨਾ ਕਦੀ ਤੇ ਸਾਨੂੰ ਬੱਚਿਆਂ ਨੂੰ ਸਕੂਲ ਭੇਜਣਾ ਪੈਣਾ। ਔਰ ਕੋਵਿਡ ਜਿਹੜਾ ਆ ਇਹ 6 ਮਹੀਨੇ ਚ ਹਟਣ ਵਾਲਾ ਨਹੀਂ ਹੈ, ਕਈ ਸਾਲ ਰਹੂਗਾ। ਸੋ ਇਸ ਲਈ ਸਾਨੂੰ ਬੱਚਿਆਂ ਨੂੰ ਉਹਨਾਂ ਤੋਂ ਉਹ ਚੀਜ਼ਾਂ ਨਹੀਂ ਖੋਣੀਆਂ ਚਾਹੀਦੀਆਂ, ਕਿਉਂਕਿ ਕੈਨੇਡਾ ਚ ਇਸ ਵੇਲੇ ਜਿਹੜੇ ਐਡਲਟ ਆ 46% ਐਡਲਟ ਐਂਜ਼ਾਈਟੀ, ਡਿਪਰੈਸ਼ਨ ਔਰ ਮੈਂਟਲ ਹੈਲਥ ਦੀ ਰਿਪੋਰਟ ਕਰ ਰਹੇ ਆ ਵੀ ਠੀਕ ਨਹੀਂ ਆ। ਬੱਚਿਆਂ ਦੇ ਲਈ ਵੀ ਉਹਨਾਂ ਦਾ ਮੈਂਟਲ ਹੈਲਥ ਬੜਾ ਇੰਪੋਰਟੈਂਟ ਹੈਗਾ, ਔਰ ਸਕੂਲ ਜਿਹੜਾ ਹੈਗਾ ਉਹ ਬਫਰ ਹੈਗਾ। ਸੋ ਇਸ ਲਈ ਠੀਕ ਆ ਉਹਨਾਂ ਦਾ ਫਿਜ਼ੀਕਲ ਹੈਲਥ। ਕੋਵਿਡ ਸ਼ਾਇਦ ਉਹਨਾਂ ਨੂੰ ਵੀ ਹੋ ਸਕਦਾ, ਅਗਰ ਹੁੰਦਾ ਮੈਂ ਕਿਹਾ ਵੀ ਬਹੁਤ ਰੇਅਰਲੀ ਆ ਵੀ ਬੱਚਾ ਹਸਪੀਟਲ ਜਾਂਦਾ, ਬਹੁਤ ਰੇਅਰਲੀ ਡੈਥ ਹੁੰਦੀ ਆ। ਅਗਰ ਪੀਨਟ ਤੋਂ ਡੈਥ ਕਹੀਏ ਤਾਂ 10 ਤੋਂ 20 ਡੈਥ ਹਰ ਸਾਲ ਕੈਨੇਡਾ ਚ ਹੁੰਦੀਆਂ। ਡਰਾਉਣ ਨਾਲ ਹੁੰਦੀਆਂ, ਐਕਸੀਡੈਂਟਸ ਦੇ ਨਾਲ ਹੁੰਦੀਆਂ, ਹੋਰ ਰੋਗਾਂ ਦੇ ਨਾਲ ਹੁੰਦੀਆਂ, ਐਸਮਾ ਦੇ ਨਾਲ ਹੁੰਦੀਆਂ। ਸੋ ਇਸ ਲਈ ਅਗਰ ਉਹਨੂੰ ਉਸ ਚੀਜ਼ ਦੇ ਨਾਲ ਤੁਲਨਾ ਕਰੀਏ, ਅਸੀਂ ਅਮਰੀਕਾ ਨਾਲੋਂ ਬੈਟਰ ਸਿਚੁਏਸ਼ਨ ਚ ਹੈਗੇ ਸਾਡੇ ਸਕੂਲਾਂ ਦੇ ਵਿੱਚ। ਲੇਕਿਨ ਕਦੀ ਨਾ ਕਦੀ ਸਕੂਲਾਂ ਦੇ ਵਿੱਚ ਆਊਟਬ੍ਰੇਕ ਹੋਊਗਾ, ਅਸੀਂ ਉਹ ਇਨਫੋਰਮੇਸ਼ਨ ਵੀ ਸ਼ੇਅਰ ਕਰਾਂਗੇ। ਲੇਕਿਨ ਸਾਨੂੰ ਡਰਨ ਦੀ ਲੋੜ ਨਹੀਂ ਹੈਗੀ। ਬੱਚਿਆਂ ਚ ACE2 ਰਿਸੈਪਟਰਸ ਬਹੁਤ ਘੱਟ ਹੁੰਦੇ, ਇਸ ਲਈ ਕੋਵਿਡ ਉਹਨਾਂ ਦੇ ਅੰਦਰ ਜਾ ਕੇ ਲੌਕ ਇਨ ਵੀ ਘੱਟ ਹੁੰਦਾ। ਬੱਚਿਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ 10 ਸਾਲ ਤੋਂ ਉਮਰ ਦੇ ਜਿਹੜੇ ਬੱਚੇ ਹੈਗੇ, ਜ਼ਿਆਦਾ ਉਮਰ ਦੇ, ਉਹਨਾਂ ਨੂੰ ਕਿਹਾ ਗਿਆ ਕਿ ਮਾਸਕ ਤੁਹਾਡੇ ਲਈ ਜ਼ਰੂਰੀ ਹੈਗਾ, ਪਰ ਉਹਨਾਂ ਤੋਂ ਘੱਟ ਦੇ ਨਹੀਂ। ਪਰ ਹੁਣ ਜਿਹੜੇ 10 ਤੋਂ ਘੱਟ ਸਾਲ ਦੀ ਉਮਰ ਦੇ ਬੱਚੇ, ਉਹਨਾਂ ਨੂੰ ਕਿਵੇਂ ਅਸੀਂ ਹੈਂਡਲ ਕਰ ਸਕਦੇ ਹਾਂ, ਕਿਵੇਂ ਉਹਨਾਂ ਨੂੰ ਬਚਾ ਸਕਦੇ ਹਾਂ COVID-19 ਤੋਂ? ਕਿਉਂਕਿ ਮਾਸਕ ਅਸੀਂ ਪਾਉਂਦੇ ਹਾਂ ਤਾਂ ਯੂ ਨੈਵਰ ਨੋ ਕਿ ਬੱਚਿਆਂ ਨੇ ਕਿਸ ਤਰ੍ਹਾਂ ਟੱਚ ਕਰਨਾ ਜਾਂ ਕਿਸ ਤਰ੍ਹਾਂ ਲੈਣਾ। ਆਪਾਂ ਸਮਝਾਤ ਇੱਕ ਮੈਂ ਜਿਹੜੀ ਸਟੱਡੀ ਉਹ ਵੀ ਦੇਖੀ ਹੈ ਕਿ ਬੱਚਿਆਂ ਨੂੰ, ਜਿੰਨਾ ਛੋਟੇ ਬੱਚਿਆਂ ਨੂੰ ਅਸੀਂ ਸਮਝਾ ਸਕਦੇ ਹਾਂ, ਉਹ ਬਹੁਤ ਵਧੀਆ ਤਰੀਕੇ ਦੇ ਨਾਲ ਗੱਲ ਨੂੰ ਸਮਝਦੇ ਨੇ। ਪਰ ਇਹ ਵੀ ਚਾਂਸਸ ਹੋ ਸਕਦੇ ਨੇ ਕਿ ਬੱਚੇ ਜਿਹੜੇ ਨੇ ਉਹ ਮਾਸਕ ਪਾਉਣ ਨੂੰ ਕੋਈ ਡਿਫਰੈਂਟ ਤਰੀਕੇ ਦੇ ਨਾਲ ਲੈ ਲੈਣ, ਜਾਂ ਕਿ ਸਰਫੇਸ ਨੂੰ ਟੱਚ ਕਰਕੇ ਫੇਰ ਮਾਸਕ ਨੂੰ ਹੱਥ ਲਗਾ ਲੈਣ। ਸੋ ਜਿੱਦਾਂ 1 ਸਾਲ ਤੋਂ 10 ਸਾਲ ਦੇ ਬੱਚਿਆਂ ਨੂੰ ਕਿਸ ਤਰ੍ਹਾਂ ਪ੍ਰੋਟੈਕਟ ਕਰਨਾ ਚਾਹੀਦਾ? ਦੇਖੋ ਇਹਦੇ ਵਿੱਚ ਇਹ ਤੇ ਗਾਈਡਲਾਈਨਸ ਹੈਗੀਆਂ ਨਾ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਜਿਹੜਾ 9.5 ਸਾਲ ਦਾ ਬੱਚਾ ਉਹ ਨਹੀਂ ਲਾ ਸਕਦਾ। ਮੇਰੇ ਕੋਲ ਆਫਿਸ ਕਈ 7 ਸਾਲ ਦੇ ਬੱਚੇ ਹੁੰਦੇ, ਉਹਨਾਂ ਨੇ ਮਾਸਕ ਬੜਾ ਕੰਫਰਟੇਬਲ ਲਾਇਆ ਹੁੰਦਾ। ਸੋ ਇਹ ਤੇ ਬੱਚੇ ਦੀ ਆਪਣੀ ਜਿਹੜੀ ਹੈਗੀ ਆ ਕੰਫਰਟ ਲੈਵਲ ਦੇ ਉੱਤੇ ਆ, ਔਰ ਉਹ ਕਿੱਦਾਂ ਹੈਂਡਲ ਕਰਦਾ ਮਾਸਕ ਨੂੰ। ਮਾਸਕ ਤਾਂ ਬੜੇ ਆ ਗਏ ਹੁਣ, ਕਈ ਮਾਸਕ ਜਿਹੜੇ ਹੈਗੇ ਬੜੇ ਫੈਂਸੀ ਆ, ਡਿਜ਼ਾਈਨਰ ਆ, ਬਟ WHO ਕਹਿੰਦਾ ਵੀ ਜਿਹੜੇ ਬੱਚੇ ਉਹ ਨਾਨ ਮੈਡੀਕਲ ਮਾਸਕ ਪਾਉਣ, ਜਿਹਦੇ 3 ਲੇਅਰ ਹੋਵੇ। ਅੰਦਰਲਾ ਜਿਹੜਾ ਕਾਟਨ ਦਾ ਹੋਵੇ, ਮਿਡਲ ਇੱਕ ਫਿਲਰ ਲੇਅਰ ਹੋਏ, ਬਾਹਰ ਜਿਹੜਾ ਵਾਟਰ ਰੈਪਲੈਂਟ ਹੋਏ, ਮੇਰੀ ਮੁਰਾਦ ਹੈ ਪੋਲੀਐਸਟਰ ਦੀ। ਕਈ ਮਾਸਕ ਦੇ ਵਿੱਚ ਨਾ ਥੋੜੀ ਜਿਹੀ ਇੱਕ ਗੋਲ ਜਿਹਾ ਫਿਲਟਰ ਟਾਈਪ ਵੀ ਹੈਗਾ, ਤੁਸੀਂ ਖੋਲ ਕੇ ਦੇਖ ਸਕਦੇ ਹੋ, ਤੇ ਉਹ ਬਰੀਥ ਇਨ ਐਂਡ ਆਊਟ ਵੀ ਕਰਦਾ ਉਹ ਫਿਲਟਰ ਦੇ ਨਾਲ, ਤੁਹਾਨੂੰ ਘੁੱਟਣ ਮਹਿਸੂਸ ਵੀ ਨਹੀਂ ਹੁੰਦੀ। ਸੋ ਸਾਡੇ ਕਮਿਊਨਿਟੀ 'ਚ 2 ਬਹੁਤ ਵੱਡੇ ਗਰੁੱਪ ਨੇ, ਗਲੋਬਲ ਵਿਲੇਜ, ਮੀਰਾ ਗਿੱਲ ਜੀ ਐਂਡ ਕੰਪਨੀ, ਤੇ ਮਾਸਕ ਆਰਮੀ ਜਿਹੜੀ ਹੈਗੀ ਸੀ ਕਿਰਨ ਸਲੂਜਾ ਐਂਡ ਕੰਪਨੀ। ਮੇਰੀ ਵਾਈਫ ਨੇ ਦੋਵਾਂ ਵਾਸਤੇ ਸੀਤੇ ਆ, ਔਰ ਇਹਨਾਂ ਨੇ thousands ਕੀ 10th of 1000 ਮਾਸਕ ਫ੍ਰੀ ਜਿਹੜੇ ਹੈਗੇ ਆ ਲੋਕਾਂ ਨੂੰ ਪ੍ਰੋਵਾਈਡ ਕੀਤੇ, ਹੁਣ ਵੀ ਫ੍ਰੀ ਪ੍ਰੋਵਾਈਡ ਕਰਨਗੇ। ਸੋ ਮਾਸਕ ਜਿਹੜਾ ਹੈਗਾ ਤੁਸੀਂ ਐਕਸਟਰਾ ਵੀ ਰੱਖ ਸਕਦੇ ਹੋ, ਅਗਰ ਬਾਈ ਚਾਂਸ ਛਿੱਕ ਮਾਰੀ, ਖੰਘ ਮਾਰੀ, ਉਹਨੂੰ ਪਰਾ ਕਰਕੇ ਦੂਜਾ ਨਵਾਂ ਪਾ ਲਓ, ਧੋ ਲਓ ਘਰ ਜਾ ਕੇ। ਸੋ ਸਾਨੂੰ ਸਭੇ ਰਹਿਣਾ ਪੈਣਾ। ਦੂਜੀ ਗੱਲ ਹੈਗੀ ਆ ਵੀ ਜਿਹੜੇ ਅਗਰ ਚਾਈਨਾ ਨੂੰ ਦੇਖੀਏ, ਤਾਈਵਾਨ ਨੂੰ ਦੇਖੀਏ, ਈਵਨ ਉਹਨਾਂ ਦੇ ਗ੍ਰੇਡ 1 ਦੇ ਬੱਚੇ ਜਿਹੜੇ ਮਾਸਕ ਲਾ ਕੇ ਚੱਲਦੇ ਆ, ਕਿਉਂਕਿ ਉਹਨਾਂ ਦੇ ਕੰਟਰੀ 'ਚ ਅਨੁਸ਼ਾਸਨ ਜਾਂ ਡਿਸਿਪਲਿਨ ਬਹੁਤ ਸਟ੍ਰਿਕਟ ਹੈਗਾ। ਸੋ ਉਹਦੇ ਵਿੱਚ ਇੱਕ ਰੋਬੋਟ ਜਿਹਾ ਗੱਲਬਾਤ ਕਰਦਾ, ਉਹ ਲੇਜ਼ਰ ਬੀਮ ਦੇ ਨਾਲ ਪਹਿਲਾਂ ਚੈੱਕ ਕਰ ਲੈਂਦਾ ਟੈਂਪਰੇਚਰ ਵਗੈਰਾ, ਫਿਰ ਇੱਕ ਨਰਸ ਹੈ ਉਹ ਚੈੱਕ ਕਰਦੀ ਆ, ਫਿਰ ਬੱਚਾ ਐਂਟਰੀ ਕਰਦਾ ਹੈਂਡ ਵਾਸ਼ਿੰਗ ਕਰਕੇ। ਸੋ ਹਰ ਇੱਕ ਨੂੰ ਉਹ ਪ੍ਰੋਟੋਕਾਲ ਜਿਹੜੇ ਹੈਗੇ ਉਹ ਫੋਲੋ ਕਰਨੇ ਚਾਹੀਦੇ ਆ। ਔਰ ਦੇਖੋ ਅਸੀਂ ਜ਼ੀਰੋ ਰਿਸਕ ਵਾਲਾ ਐਨਵਾਇਰਨਮੈਂਟ ਕਦੀ ਨਹੀਂ ਕ੍ਰੀਏਟ ਕਰ ਪਾਵਾਂਗੇ, ਲੇਕਿਨ ਮੇਰੇ ਖਿਆਲ ਨਾਲ ਬੱਚੇ ਹੁਣ 4 ਮਹੀਨੇ ਹੋ ਗਏ ਘਰਾਂ ਦੇ ਵਿੱਚ ਫਸੇ ਪਏ ਆ, ਉਹਨਾਂ ਨੂੰ ਬਾਹਰ ਜਾਣਾ ਚਾਹੀਦਾ। ਠੀਕ ਹੈ, ਲਰਨਿੰਗ ਦੇ ਨਾਲ ਨਾਲ ਦੂਜੀਆਂ ਗੱਲਾਂ ਵੀ ਸਿੱਖਣੀਆਂ ਚਾਹੀਦੀਆਂ, ਥੋੜਾ ਰਿਸਕ ਹੈਗਾ ਜੋ ਉਹਨਾਂ ਦਾ। ਬਿਲਕੁਲ, ਸਾਨੂੰ ਘਰ ਤੋਂ ਹੀ ਸਮਝਾਉਣਾ ਪੈਣਾ ਹੈਗਾ। ਇਹ ਨਹੀਂ ਕਿ ਬੱਚੇ ਸਕੂਲ ਜਾ ਕੇ ਆਪਣੇ ਆਪ ਸਿੱਖ ਲੈਣਗੇ, ਸਾਨੂੰ ਘਰ ਤੋਂ ਹੀ ਪਹਿਲਾਂ ਉਹਨਾਂ ਨੂੰ ਗਾਈਡਲਾਈਨਸ ਦੱਸਣੀਆਂ ਪੈਣੀਆਂ ਕਿ ਕੀ ਗਾਈਡਲਾਈਨਸ ਨੇ, ਅਸੀਂ ਕਿਉਂ ਮਾਸਕ ਪਾਉਂਦੇ ਹੈਗੇ ਆ। ਘਰ ਤੋਂ ਹੀ ਸਾਨੂੰ ਅਵੇਅਰਨੈਸ ਜਿਹੜੀ ਆ ਉਹ ਦੇਣੀ ਪੈਣੀ ਆ ਬੱਚਿਆਂ ਨੂੰ, ਕਿਉਂਕਿ ਹੁਣ ਬੱਚਿਆਂ ਦੇ ਲਈ ਅਗਲਾ ਮੰਥ ਜਿਹੜਾ ਹੈਗਾ ਉਹ ਇੰਪੋਰਟੈਂਟ ਵੀ ਹੈਗਾ। ਕਈ ਬੱਚੇ ਕਿੰਡਰਗਾਰਟਨ ਜਾ ਰਹੇ ਹੈਗੇ ਨੇ, ਕਈ ਨਵੀਆਂ ਕਲਾਸਾਂ ਦੇ ਵਿੱਚ ਜਾ ਰਹੇ ਹੈਗੇ ਨੇ, ਤੇ ਆਲਰੇਡੀ ਜਿਹੜੇ 4-4 ਮਹੀਨੇ ਉਹਨਾਂ ਨੇ, ਜਿਵੇਂ ਤੁਸੀਂ ਦੱਸਿਆ ਕਿ ਘਰਾਂ ਦੇ ਵਿੱਚ ਹੈਗੇ ਨੇ, ਉਹ ਚਾਹੁੰਦੇ ਨੇ ਕਿ ਅਸੀਂ ਜਾਈਏ ਹੁਣ ਆਪਣੇ ਸਕੂਲ ਦੇ ਵਿੱਚ ਬੈਕ ਜਾਈਏ, ਆਪਣੇ ਫਰੈਂਡਸ ਦੇ ਕੋਲ ਬੈਕ ਜਾਈਏ। ਸੋ ਤੁਸੀਂ ਕੀ ਕਹਿਣਾ ਚਾਹੁੰਦੇ, ਕੀ ਮੈਸੇਜ ਆ ਤੁਹਾਡੇ ਵੱਲੋਂ? ਦੇਖੋ ਬੱਚਿਆਂ ਦੇ ਸਪੈਸ਼ਲਿਸਟ ਹੋਣ ਦੇ ਨਾਤੇ ਮੈਂ ਜ਼ਰੂਰ ਕਹੂੰਗਾ ਵੀ ਬੱਚਿਆਂ ਨੂੰ ਸਕੂਲ ਜਾਣਾ ਚਾਹੀਦਾ। ਦੂਜੀ ਗੱਲ ਹੈਗੀ ਆ ਵੀ ਜਿਹੜਾ ਮਾਸਕ ਹੈਗਾ, ਜਿਹੜਾ ਵੀ ਬੱਚਾ ਜਿੰਨਾ ਕੁ ਸਮਝ ਉਹਦੀ ਸੋਝੀ ਹੈਗੀ ਮਾਸਕ ਕੈਰੀ ਕਰ ਸਕਦਾ, ਭਾਵੇਂ ਜਿਹੜੀ ਮਰਜ਼ੀ ਏਜ ਦਾ ਹੋਏ ਉਹ ਲਾ ਕੇ ਜਾਵੇ। ਦੂਜੀ ਗੱਲ ਹੈਗੀ ਆ ਵੀ ਜਿਹੜੇ ਬਬਲਸ ਹੈਗੇ ਆ ਉਹ ਬਹੁਤ ਛੋਟੇ ਕ੍ਰੀਏਟ ਕੀਤੇ ਜਾ ਰਹੇ ਆ, ਵੀ ਬਾਈ ਚਾਂਸ ਕੋਵਿਡ ਹੋ ਜਾਂਦਾ, ਸੋ ਉਹ ਜਿਹੜਾ ਸਾਰਾ ਗਰੁੱਪ ਹੈਗਾ ਉਹਨਾਂ ਨੂੰ ਕਿਤੇ ਹੋਰ ਫੈਸਿਲਿਟੀ ਦੇ ਵਿੱਚ
ਆਲਟਰਨੇਟ ਸਕੂਲ ਦੇ ਨਾਲ ਹੀ ਹੋ ਜਾਂ ਹੋਰ ਜਗ੍ਹਾ ਉੱਥੇ ਸ਼ਿਫਟ ਕੀਤਾ ਜਾਊਗਾ। ਦੂਜੀ ਗੱਲ ਹੈਗੀ ਆ ਵੀ ਬੱਚਿਆਂ ਨੂੰ ਅਸੀਂ ਸੁਚੇਤ ਕਰੀਏ, ਬੱਚਿਆਂ ਨੂੰ ਇਹ ਵੀ ਕਹੀਏ ਵੀ ਆਪਾਂ ਫਿਜ਼ੀਕਲ ਡਿਸਟੈਂਸ ਰੱਖੀਏ, ਆਪਾਂ ਜੋ ਟੀਚਰਸ ਉੱਥੇ ਕਹਿੰਦੇ, ਕਸਟੋਡੀਅਨਸ ਕਹਿੰਦੇ ਆ, ਤੁਹਾਡੇ ਨਰਸਿਸ ਸਕੂਲਾਂ 'ਚ ਹੈਗੇ ਜੋ ਕਹਿੰਦੇ ਉਹ ਫੋਲੋ ਕਰੀਏ। ਔਰ ਇਹ ਸਮਾਂ ਕੁਛ ਸਾਲ ਵਾਸਤੇ ਸਾਨੂੰ ਕਰਨਾ ਪੈਣਾ, ਤਦ ਤੱਕ ਕੋਵਿਡ ਜਿਹੜਾ ਹੈਗਾ ਹੌਲੀ-ਹੌਲੀ ਕਾਬੂ 'ਚ ਆ ਚੁੱਕਿਆ ਹੋਏਗਾ। ਜੀ ਬਿਲਕੁਲ, ਥੈਂਕ ਯੂ ਡਾਕਟਰ ਪੁਰ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਕੀ ਕੁਝ ਹੋਣਾ ਚਾਹੀਦਾ, ਬੱਚਿਆਂ ਨੂੰ ਜ਼ਰੂਰ ਸਾਨੂੰ ਸਕੂਲ ਭੇਜਣਾ ਚਾਹੀਦਾ ਤਾਂ ਕਿ ਉਹ ਵੀ এনवायरमेंट ਦੇ ਫੈਮਿਲੀਅਰ ਹੋ ਜਾਣ ਕਿ ਕਿਸ ਤਰ੍ਹਾਂ ਜਿਹੜੀ ਸਟੱਡੀ ਆ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਕਰਨੀ ਪੈਣੀ ਹੈ। ਸੋ ਥੈਂਕ ਯੂ ਸੋ ਮਚ ਤੁਹਾਡਾ ਗੱਲਬਾਤ ਦੇ ਲਈ। ਬਿਲਕੁਲ, ਅੱਜ ਗੱਲਬਾਤ ਹੋਈ ਡਾਕਟਰ ਪੁਰ ਜੀ ਦੇ ਨਾਲ, ਜਿਨ੍ਹਾਂ ਨੇ ਦੱਸਿਆ ਕਿ ਸਕੂਲ ਜਿਸ ਤਰ੍ਹਾਂ ਸਾਨੂੰ ਗਾਈਡਲਾਈਨਸ ਦਿੱਤੀਆਂ ਜਾ ਰਹੀਆਂ ਨੇ ਸਾਨੂੰ ਜ਼ਰੂਰ ਫੋਲੋ ਕਰਨਾ ਚਾਹੀਦਾ ਹੈ, ਜ਼ਰੂਰ ਬੱਚਿਆਂ ਨੂੰ ਭੇਜਣਾ ਚਾਹੀਦਾ। ਓਰੀਐਂਟੇਸ਼ਨ ਹੈਗੀ ਹੈ 10 ਸਤੰਬਰ ਨੂੰ, ਸੋ ਮਾਫ ਕਰਨਾ 10 ਸਤੰਬਰ ਨੂੰ ਜਿਹੜੀ ਓਰੀਐਂਟੇਸ਼ਨ ਹੋਣ ਜਾ ਰਹੀ ਹੈਗੀ ਸਕੂਲਾਂ ਦੇ ਵਿੱਚ, ਜ਼ਰੂਰ ਆਪਾਂ ਬੱਚਿਆਂ ਨੂੰ ਭੇਜੀਏ ਤੇ ਉਹਨਾਂ ਨੂੰ ਵਿਚਰਨ ਦਾ ਮੌਕਾ ਦਈਏ, ਸਕੂਲਾਂ ਦੇ ਵਿੱਚ ਦੇਖਣ ਦਾ ਮੌਕਾ ਦਈਏ ਕਿ ਕਿਸ ਤਰ੍ਹਾਂ ਦੀ ਜਿਹੜੀ ਸਟੱਡੀ ਹੋਣ ਜਾ ਰਹੀ ਹੈਗੀ। ਐਂਕਸ਼ੀਅਸ ਅਸੀਂ ਹੈਗੇ ਆ, ਅਸੀਂ ਸਾਰੇ ਹੈਗੇ ਆ, ਪਰ ਸਾਨੂੰ ਆਪਣਾ ਖਿਆਲ ਰੱਖਣਾ ਚਾਹੀਦਾ ਹੈ। ਗਾਈਡਲਾਈਨਸ ਨੂੰ ਫੋਲੋ ਕਰਦੇ ਰਹੋ, ਦੇਖਦੇ ਰਹੋ ਸਾਂਝਾ ਟੀਵੀ ਤੇ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।